गुरु रूप साध संगत जियो, वाहेगुरु जी का खालसा वाहेगुरु जी की फतेह। गुरु गरीब नवाज सतगुरु की अपार किरपा सदका ਆਪਾਂ ਨੂੰ ਇਸ ਭਾਗਾ ਸਮਾਂ ਪ੍ਰਾਪਤ ਹੋਇਆ। ਆਓ ਇਹਦਾ ਪੂਰਾ ਲਾਭ ਉਠਾਉਣ ਵਾਸਤੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸੰਸਾਰ ਦੇ ਕੰਮਾਂ ਕਾਜਾਂ ਵੱਲੋਂ ਮੋੜ ਕੇ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ। ਸਤਿਗੁਰੂ ਸਾਡੇ ਯਤਨ ਨੂੰ ਫਲ ਲਾਉਣਗੇ। ਅੱਜ ਗਰੀਬ ਨਵਾਜ ਆਪਣੇ ਪਵਿੱਤਰ ਪਾਵਨ ਅੰਗ 348 ਤੋਂ ਜਿਹੜਾ 3 ਨੰਬਰ ਤੋਂ ਬਾਅਦ ਅੱਧ ਤੋਂ ਥੋੜ੍ਹਾ ਜਿਹਾ ਹੇਠਾਂ ਲੰਘ ਕੇ 3 ਨੰਬਰ ਤੋਂ ਬਾਅਦ ਆਪਣੇ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਫਰਮਾਉਂਦੇ ਨੇ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਫਰਮਾਉਂਦੇ ਨੇ, ਹੇ ਪਰਮਾਤਮਾ ਜੀ ਤੇਰੀ ਭਗਤੀ ਦੇ ਭੰਡਾਰ ਭਰੇ ਹੋਏ ਨੇ। ਫਿਰ ਉਹ ਭੰਡਾਰਾਂ ਦੀ ਗਿਣਤੀ ਕੋਈ ਨਹੀਂ। ਜਿਵੇਂ ਸਰਕਾਰ ਕਈ ਵਾਰੀ ਉਹ ਗੋਦਾਮਾਂ ਦੀ ਗਿਣਤੀ ਹੁੰਦੀ ਹੈ ਕਿ ਜੀ ਫਲਾਣੇ ਸ਼ਹਿਰ 'ਚ ਇੰਨੇ ਗੋਦਾਮ ਨੇ, ਧਿਮਕੇ ਸ਼ਹਿਰ 'ਚ ਇੰਨੇ ਗੋਦਾਮ ਨੇ। ਪਰਮਾਤਮਾ ਦੇ ਜਿਹੜੇ ਭਗਤੀ ਦੇ ਭੰਡਾਰੇ ਭਰੇ ਹੋਏ ਨੇ ਸਾਧ ਸੰਗਤ ਜੀ, ਇੱਕ ਤਾਂ ਉਹ ਊਣੇ ਨਹੀਂ ਹੈਗੇ, ਭਰੇ ਹੋਏ ਨੇ, ਨੱਕੋ ਨੱਕ ਭਰੇ ਹੋਏ ਨੇ। ਦੂਸਰੀ ਖਾਸੀਅਤ ਉਹਨਾਂ ਦੀ ਇਹ ਹੈ ਕਿ ਉਹਨਾਂ ਦੀ ਗਿਣਤੀ ਕੋਈ ਨਹੀਂ, ਅਣਗਿਣਤ ਨੇ, ਭਰੇ ਬੇਅੰਤ ਨੇ। ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੰਤਾ। ਇਹ ਪਰਮਾਤਮਾ ਹੀ ਤੇਰੇ ਭਗਤ ਤੈਨੂੰ ਸਲਾਹੁੰਦੇ ਨੇ, ਵਡਿਆਈ ਕਰਦੇ ਨੇ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣੀ ਹੈ, ਜਿਹਨੂੰ ਆਪਾਂ ਪਿਆਰ ਕਰਦੇ ਹਾਂ, ਮਾਂ ਨੂੰ, ਬਾਪ ਨੂੰ, ਭੈਣ ਨੂੰ, ਭਰਾ ਨੂੰ, ਪੁੱਤ ਨੂੰ, ਆਪਾਂ ਉਹਦੇ ਔਗਣਾਂ ਨੂੰ ਅੱਖੋਂ ਪਰੋਖੇ ਕਰਦੇ ਹਾਂ। ਕਾਲਾ ਵੀ ਹੋਵੇ ਮਾਂ ਨੂੰ ਤਾਂ ਵੀ ਆਪਣਾ ਪੁੱਤ ਪਿਆਰਾ ਲੱਗਦਾ। ਨੈਣ ਨਕਸ਼ੇ ਨਾ ਵੀ ਵਧੀਆ ਹੋਣ ਤਾਂ ਵੀ ਭੈਣ ਨੂੰ ਆਪਣਾ ਭਰਾ ਵਧੀਆ ਲੱਗਦਾ। ਇਸੇ ਤਰ੍ਹਾਂ ਭਗਤਾਂ ਨੂੰ ਪਰਮਾਤਮਾ ਤੋਂ ਵੱਧ ਪਿਆਰਾ ਕੁਛ ਵੀ ਨਹੀਂ ਹੁੰਦਾ। ਸਾਧ ਸੰਗਤ ਨਾਲ ਇੱਕ ਇਹ ਵੀ ਗੱਲ ਹੈ ਕਿ ਪਰਮਾਤਮਾ ਬੇਐਬ ਹੈ, ਉਹ 'ਚ ਕੋਈ ਨੁਕਸ ਨਹੀਂ ਹੈਗਾ, ਕੋਈ ਦੋਸ਼ ਨਹੀਂ ਹੈਗਾ, ਉਹਦੇ ਵਿੱਚ ਕੋਈ ਵੀ ਨੈਗੇਟਿਵਿਟੀ ਨਹੀਂ ਹੈਗੀ। ਹਾਂ, ਜਦੋਂ ਆਪਾਂ ਨੂੰ ਪਿਆਰਾ ਲੱਗਦਾ ਕੋਈ, ਆਪਾਂ ਉਹਦੀ ਤੁਲਨਾ ਦੇ ਦਿੰਦੇ ਹਾਂ। ਆਹ ਮੇਰਾ ਚੰਦ ਪੁੱਤ ਚੰਦ ਵਰਗਾ ਸੋਹਣਾ ਹੈ, ਆਹ ਮੇਰਾ ਸ਼ੇਰ ਪੁੱਤ ਸ਼ੇਰ ਵਰਗਾ ਦਲੇਰ ਹੈ, ਸ਼ੇਰ ਵਰਗਾ ਤਕੜਾ ਹੈ। ਪਰ ਪਰਮਾਤਮਾ ਦਾ ਕੋਈ ਨੁਕਸੇ ਨਹੀਂ। ਹਾਂ, ਇੱਕ ਗੱਲ ਹੈ ਵੀ ਆਪਾਂ ਪਰਮਾਤਮਾ ਨੂੰ ਆਪਾਂ ਕਿਸੇ ਤਸ਼ਬੀਹ ਨਾਲ ਤੁਲਨਾ ਨਹੀਂ ਦੇ ਸਕਦੇ। ਕੋਈ ਉਦਾਹਰਨ ਨਹੀਂ ਕਹਿ ਸਕਦੇ ਕਿ ਤੂੰ ਚੰਦ ਵਰਗਾ ਸੋਹਣਾ ਨਹੀਂ। ਇਹੋ ਜਿਹੇ ਕਰੋੜਾਂ ਚੰਦਰਮਾ ਦੀ ਸੁੰਦਰਤਾ ਉਸ ਤੋਂ ਆਈ ਹੈ ਜਿਹਦੀ ਸੁੰਦਰਤਾ ਬਾਰੇ ਸਾਨੂੰ ਗਿਆਨ ਕੋਈ ਨਹੀਂ ਹੈ। ਇਹੋ ਜਿਹੇ ਹਜ਼ਾਰਾਂ ਅਸੰਖਾਂ ਸੂਰਜਾਂ ਨੂੰ ਤਪ ਤੇਜ ਉਹ ਤੋਂ ਮਿਲਿਆ ਜਿਹਦੇ ਤਪ ਤੇਜ ਦਾ ਕੋਈ ਅੰਦਾਜ਼ਾ ਹੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸੀ, ਸਤਿਗੁਰੂ ਨਾ ਤੁਸੀਂ ਚੰਦਰਮਾ ਨੂੰ ਮੰਨਦੇ ਹੋ, ਪੂਜਦੇ ਹੋ, ਨਾ ਤੁਸੀਂ ਸੂਰਜ ਦੀ ਪੂਜਾ ਕਰਦੇ ਹੋ। ਸੂਰਜ ਦੀ ਪੂਜਾ ਕਰਨੀ ਚੰਗੀ ਹੁੰਦੀ ਹੈ, ਦੇਹ ਅਰੋਗ ਰਹਿੰਦਾ। ਆਪ ਜੀ ਨੇ ਧਰਮਖੰਡ ਦੀ ਜਦੋਂ ਕਥਾ ਹੋਈ ਸੀ, ਸੁਣਿਆ ਹੋਣਾ ਸ਼ਾਇਦ, ਜਦੋਂ ਬੰਦਾ ਧਰਮਖੰਡ ਤੋਂ ਗਿਆਨ ਖੰਡ 'ਚ ਚਲਿਆ ਜਾਂਦਾ ਨਾ, ਤਾਂ ਉਹਦੇ ਗਿਆਨ 'ਚ ਇੰਨਾ ਵਾਧਾ ਹੁੰਦਾ, ਉਹਨੂੰ ਇੱਕ ਸੂਰਜ ਨਹੀਂ ਨਜ਼ਰ ਆਉਂਦਾ ਹੈਗਾ। ਫਿਰ ਕਰੋੜਾਂ ਹੀ ਸੂਰਜ ਨਜ਼ਰ ਆਉਂਦੇ ਨੇ। ਉਹ 'ਤੇ ਲਿਖਿਆ ਨਾ, ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ, ਕਿੰਨੀ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਭਾਈ ਤੁਹਾਨੂੰ ਤਾਂ ਇੱਕ ਸੂਰਜ ਨਜ਼ਰ ਆਉਂਦਾ, ਇਹਦੀ ਪੂਜਾ ਕਰੀ ਜਾਂਦੇ ਹੋ। ਮੈਨੂੰ ਤਾਂ ਹੁਣ ਅਸੰਖਾਂ ਸੂਰਜ ਨਜ਼ਰ ਆਉਂਦੇ ਨੇ, ਮੈਂ ਕਿਹਦੀ ਪੂਜਾ ਕਰਾਂ। ਮੈਂ ਤਾਂ ਇਸ ਕਰਕੇ ਉਹਦੀ ਪੂਜਾ ਕਰਦਾ, ਨਮੋ ਸੂਰਜੇ, ਹੇ ਬੇਅੰਤ ਸੂਰਜਾਂ ਨੂੰ ਬਣਾਉਣ ਵਾਲੇ, ਬੇਅੰਤ ਸੂਰਜਾਂ ਨੂੰ ਜਾਹੋ ਜਲਾਲ ਬਖਸ਼ਣ ਵਾਲੇ ਪਰਮਾਤਮਾ, ਮੈਂ ਤੇਰੇ ਅੱਗੇ ਸਿਰ ਝੁਕਾਉਂਦਾ ਹਾਂ। ਸਤਿਗੁਰੂ ਨੇ ਇਹੀ ਆਪਾਂ ਨੂੰ ਮਾਰਗ ਦੱਸਿਆ ਕਿ ਹਮੇਸ਼ਾ ਬਿਨ ਕਰ ਤਾਰਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਨਾਸ਼ੀ ਤੇ ਪਰਮੇਸ਼ਰ ਜਾਨੋ। ਪਰਮਾਤਮਾ ਤੋਂ ਬਗੈਰ ਹੋਰ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ ਹੈ। ਹਾਂ, ਸਤਿਕਾਰ ਸਭ ਦਾ ਕਰਨਾ, ਸਤਿਕਾਰ ਅਸੀਂ ਸਭ ਦਾ ਕਰਨਾ। ਸਾਡੇ ਲਈ ਸਤਿਕਾਰਯੋਗ ਨੇ ਸਾਰੇ, ਪੀਰ ਫਕੀਰ, ਦੇਵੀ ਦੇਵਤੇ, ਰਿਸ਼ੀ ਮੁਨੀ, ਸੰਤ ਮਹਾਂਪੁਰਸ਼। ਪਰ ਆਪਣੀ ਸੁਰਤੀ ਜੋੜਨੀ ਪਰਮਾਤਮਾ ਦੇ ਚਰਨਾਂ 'ਚ। ਮਹਾਰਾਜ ਕਹਿੰਦੇ ਭਗਤ, ਪਹਿਲਾਂ ਕੀਤੀ ਹੈ ਭਗਤੀ ਦੀ ਗੱਲ,
ਜਿਹੜੀ ਹੈ ਤੇਰੀ ਭਗਤ ਮਤਲਬ ਭਗਤੀ। ਸਾਧ ਸੰਗਤ ਜੀ ਭਗਤੀ ਹੈ ਕੀ ਹੈ? ਭਗਤੀ ਦੀ ਡੈਫੀਨੇਸ਼ਨ ਕੀ ਹੈ? ਉਹ ਹਰ ਕੰਮ ਜਿਹੜਾ ਅਸੀਂ ਪਰਮਾਤਮਾ ਨੂੰ ਪਾਉਣ ਵਾਸਤੇ, ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਕਰਦੇ ਹਾਂ, ਉਹਨੂੰ ਭਗਤੀ ਕਹਿੰਦੇ ਨੇ। ਹੁਣ ਮੈਂ ਸੁਖਮਨੀ ਸਾਹਿਬ ਦਾ ਕੀਤਾ ਪਾਠ ਕਿ ਜੀ ਮੇਰੇ ਘਰ ਵਾਲੀ ਠੀਕ ਹੋ ਜੇ ਜੀ, ਮੇਰੇ ਮੁੰਡੇ ਦਾ ਜਿਹੜਾ ਹੈ ਨੌਕਰੀ ਪੱਕੀ ਹੋ ਜੇ ਜੀ, ਮੇਰੀ ਕੁੜੀ ਦਾ ਮੰਗਣਾ ਹੋ ਜੇ ਜੀ, ਮੇਰਾ ਫਲਾਣਾ ਹੋ ਜੇ, ਮੇਰਾ ਧਿਮਕਾ ਹੋ ਜੇ। ਉਹਦੇ ਵਾਸਤੇ ਆਪਾਂ ਚੌਪਈ ਸਾਹਿਬ ਦੇ ਪਾਠ ਕਰਦੇ ਹਾਂ, ਬਾਬਾ ਜੀ ਤੋਂ ਲੈ ਕੇ ਮੂਲ ਮੰਤਰ ਦੇ ਪਾਠ ਕਰਦੇ ਹਾਂ ਕਿ ਜੀ ਮੇਰਾ ਮੁੰਡਾ ਇਮਤਿਹਾਨਾਂ 'ਚੋਂ ਪਾਸ ਹੋ ਜੇ। ਉਹਨੂੰ ਭਗਤੀ ਨਹੀਂ ਕਹਿੰਦੇ। ਉਹ ਕੀਤੇ ਹੋਏ ਪਾਠ ਚਲੀਹਾ ਸੁਖ ਲਿਆ ਜੀ, ਮੇਰਾ ਮੁੰਡਾ ਭੈੜੀ ਸੰਗਤ 'ਚ ਬਚਿਆ ਰਹੇ, ਮੈਂ 40 ਦਿਨ ਨੰਗੇ ਪੈਰੀਂ ਗੁਰਦੁਆਰੇ ਜਾਊਂਗੀ ਜਾਂ ਜਾਊਂਗਾ। ਹੁਣ ਉਹ 40 ਦਿਨ ਨੰਗੇ ਪੈਰੀਂ ਗਿੱਜ ਗਿਆ, ਸਾਡੀ ਭਗਤੀ 'ਚ ਸ਼ਾਮਿਲ ਨਹੀਂ ਹੁੰਦਾ ਉਹ। ਸਾਧ ਸੰਗਤ ਜੀ ਉਹਦਾ ਲੱਕੜਾਂ ਚਾਹੀ ਅਸੀਂ ਕੁਹਾੜੀ ਨਾਲ ਪਾੜ ਦੀਆਂ ਜਾਂ ਪਲੀਤਾ ਲਾ ਕੇ ਪਾੜਤੀਆਂ, ਉਹ ਤਾਂ ਉਹੀ ਗੱਲ ਆ। ਜਾਂ ਅਸੀਂ ਦਰਿਆ ਨੂੰ ਬਾਹਾਂ ਦੇ ਜ਼ੋਰ ਨਾਲ ਤਰ ਲਿਆ ਜਾਂ ਬੇੜੀ 'ਚ ਬੈਠ ਕੇ ਤਰ ਲਿਆ, ਉਹ ਤਾਂ ਇੱਕੋ ਹੀ ਗੱਲ ਹੋ ਗਈ। ਕਰੋਸ ਦਾ ਦਰਿਆ ਕਰਿਆ। ਭਗਤੀ ਸਿਰਫ ਉਸ ਕੰਮ ਨੂੰ ਕਹਿੰਦੇ ਨੇ, ਚਾਹੇ ਉਹ ਆਪਾਂ ਸੇਵਾ ਕਰਦੇ ਹਾਂ ਜਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਅਸੀਂ ਸਿਮਰਨ ਕਰਦੇ ਹਾਂ, ਜਿਹੜੀ ਕੇਵਲ ਤੇ ਕੇਵਲ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਕੀਤੀ ਜਾਂਦੀ ਹੈ। ਕੋਈ ਵੀ ਕੰਮ ਹੈ ਉਸ ਨੂੰ ਕੀ ਕਹਿੰਦੇ ਆਪਾਂ? ਭਗਤੀ। ਉਹਨੂੰ ਭਗਤੀ ਕਹਿੰਦੇ ਆਪਾਂ। ਕਦੇ ਇਹ ਨਾ ਭੁਲੇਖਾ ਰਹਿ ਜੇ ਵੀ ਹਾਂਜੀ ਮੈਂ ਤਾਂ ਸੁਖਮਨੀ ਸਾਹਿਬ ਦੇ 3 ਪਾਠ ਰੋਜ਼ ਕਰਦੀ ਹਾਂ ਜਾਂ ਕਰਦਾ, ਪਰ ਹੁਣ ਉਹਦੇ ਪਿੱਛੇ ਭਾਵਨਾ ਕੀ ਆ? ਸਾਡੇ ਕਾਰੋਬਾਰ 'ਚ ਵਾਧਾ ਹੋ ਜੇ, ਸਾਡੇ ਘਰੋਂ ਬਿਮਾਰੀ ਚਲੀ ਜਾਵੇ, ਅਰੋਗਤਾ ਆ ਜਾਵੇ, ਉਹ ਭਗਤੀ ਨਹੀਂ ਹੈ। ਹੁਣ ਗਰੀਬ ਨਵਾਜ ਕਹਿੰਦੇ ਹੇ ਪਰਮਾਤਮਾ ਜਿਹੜੇ ਤੇਰੇ ਭਗਤ ਨੇ ਉਹ ਤੈਨੂੰ ਸਲਾਉਂਦੇ ਨੇ। ਸਾਧ ਸੰਗਤ ਜੀ ਭਗਤ ਇਹ ਕਿਸੇ ਰਾਜਨੀਤਿਕ ਲੋਕਾਂ ਨੂੰ ਨਹੀਂ ਸਲਾਉਂਦੇ ਜਾਂ ਕਿਸੇ ਦੀ ਐਵੇਂ ਖੁਸ਼ਾਮਦ ਨਹੀਂ ਕਰਦੇ ਹੈਗੇ। ਉਹ ਕੇਵਲ ਤੇ ਕੇਵਲ ਪਰਮਾਤਮਾ ਦੀ ਉਹਦੀ ਸਿਫਤ ਸਲਾਹ ਕਰਦੇ ਨੇ। ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕਾਂ ਭਗਤ, ਬੇਅੰਤ ਭਗਤ, ਹੇ ਹਰੀ ਹੇ ਬੇਅੰਤ ਪਰਮਾਤਮਾ ਤੇਰੇ ਭਗਤ ਤੇਰੀ ਸਿਫਤ ਸਲਾਹ ਕਰ ਰਹੇ ਨੇ। ਤੇਰੀ ਅਨੇਕ ਕਰੇ ਹਰ ਪੂਜਾ ਜੀ। ਹੇ ਪਰਮਾਤਮਾ ਤੇਰੇ ਅਨੇਕਾਂ ਹੀ ਬੰਦੇ ਤੇਰੀ ਪੂਜਾ ਕਰ ਰਹੇ ਨੇ। ਪੂਜਾ ਦਾ ਮਤਲਬ ਕੀ ਹੁੰਦਾ ਹੈ? ਕੋਈ ਚੀਜ਼ ਭੇਟ ਕਰਨੀ, ਕੋਈ ਭੇਟ ਕਰਨਾ, ਕੁਛ ਫੁੱਲ ਭੇਟ ਕਰਨਾ, ਪੈਸੇ ਭੇਟ ਕਰਨੇ, ਸੁਗੰਧੀਆਂ ਭੇਟ ਕਰਨੀਆਂ। ਗੁਰਮਤਿ ਦੇ ਵਿੱਚ ਹੈ ਆਪਣਾ ਮਨ ਭੇਟ ਕਰ ਦੇਣਾ, ਆਪਣੀਆਂ ਖੁਹਾਸ਼ਾਂ ਨੂੰ ਭੇਟ ਕਰ ਦੇਣਾ, ਆਪਣੀ ਮਰਜ਼ੀ ਨੂੰ ਭੇਟ ਕਰ ਦੇਣਾ। ਗੁਰੂ ਮਹਾਰਾਜ ਅੱਜ ਤੋਂ ਬਾਅਦ ਮੈਂ ਆਪਣੀ ਮਰਜ਼ੀ ਨਹੀਂ ਕਰੂੰ। ਮਹਾਰਾਜ ਕਹਿੰਦੇ ਸਿੱਖਾ ਤੈਂ ਰੋਮਾਂ ਦਾ ਸਤਿਕਾਰ ਕਰਨਾ। ਮੇਰੀ ਮਰਜ਼ੀ ਹੈ ਮੈਂ ਨਾਈ ਦੇ ਜਾਵਾਂ, ਬਿਊਟੀ ਪਾਰਲਰ ਦੇ ਜਾਵਾਂ। ਹੁਣ ਗੁਰੂ ਦੀ ਮਰਜ਼ੀ ਅੱਗੇ ਆਪਣੀ ਮਰਜ਼ੀ ਭੇਟਾ ਕਰਤੀ। ਅੱਜ ਤੋਂ ਬਾਅਦ ਚਾਹੇ ਮੈਂ ਕੁਛ ਮਰਜ਼ੀ ਹੋਵਾਂ, ਬੁਰਾ ਲੱਗਾ, ਸੋਹਣਾ ਲੱਗਾ, ਨਾ ਲੱਗਾ, ਮੈਂ ਅੱਜ ਤੋਂ ਬਾਅਦ ਬਿਊਟੀ ਪਾਰਲਰ ਨਹੀਂ ਜਾਣਾ। ਬਾਬਾ ਜੀ ਦਾ ਸਟੂਡੈਂਟ ਇੱਕ ਘਨੌਰ ਦਾ ਪੁਲਿਸ 'ਚ ਭਰਤੀ ਹੋ ਗਿਆ। ਉਹਦੀ ਡਿਊਟੀ ਲੱਗ ਗਈ ਟ੍ਰੈਫਿਕ ਦੇ ਵਿੱਚ। ਚਲੋ ਪਹਿਲਾਂ ਅਫਸਰਾਂ ਦੇ ਕਹੇ ਤੋਂ ਮਹੀਨਾ ਇਕੱਠਾ ਕਰਕੇ ਦਿੰਦਾ ਰਿਹਾ। ਉਹ ਤੇ ਕਿਰਪਾ ਹੋਈ, ਉਹਨੇ ਛਕ ਲਿਆ ਅੰਮ੍ਰਿਤ। ਅੰਮ੍ਰਿਤ ਹੁਣ ਪੰਜਾਂ ਪਿਆਰਿਆਂ ਨੇ ਕਹਿਤਾ ਵੀ ਅੱਜ ਤੋਂ ਬਾਅਦ ਕਿਸੇ ਨੇ ਰਿਸ਼ਵਤ ਨਹੀਂ ਲੈਣੀ, ਕਿਸੇ ਨੇ ਬੇਈਮਾਨੀ ਨਹੀਂ ਕਰਨੀ, ਕਿਸੇ ਨੇ 2 ਨੰਬਰ ਦੀ ਕਮਾਈ ਨਹੀਂ ਕਰਨੀ, ਸੱਚੀ ਸੁੱਚੀ ਕਿਰਤ ਕਰਨੀ ਹੈ। ਮੰਨ ਲਈ ਗੱਲ। ਦਸਵੰਧ ਕੱਢਣਾ, ਜਿਹੜਾ ਹੈ ਗੁਰਦੁਆਰੇ ਜਾਣਾ, ਪਾਠ ਕਰਨੇ, ਸਿਮਰਨ ਕਰਨੇ। ਸੁਣ ਲੀਆਂ ਗੱਲਾਂ। ਸਾਧ ਸੰਗਤ ਜੀ ਬੇਸ਼ੱਕ ਸਾਡੇ 'ਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਗੁਰੂ ਦੀਆਂ 100% ਗੱਲਾਂ ਮੰਨ ਲਈਏ, ਪਰ ਉਹਦੇ ਚਰਨਾਂ 'ਚ ਬੇਨਤੀ ਹੀ ਕਰਨੀ ਹੈ, ਸਤਿਗੁਰੂ ਤੁਹਾਡੀਆਂ ਸਾਰੀਆਂ ਹੀ ਗੱਲਾਂ ਮੈਂ ਮੰਨ ਲਵਾਂ, ਮੈਨੂੰ ਇੰਨੀ ਸਮਰੱਥਾ ਬਖਸ਼। ਹੁਣ ਉਸ ਲੜਕੇ ਨੇ ਇਹ ਦੇਖ ਲਿਆ, ਸੁਣ ਲਿਆ ਕਿ ਮੈਂ ਰਿਸ਼ਵਤ ਨਹੀਂ ਲੈਣੀ। ਉਹਨੇ ਆਪਦੇ ਅਫਸਰ ਨੂੰ ਸਾਫ਼ ਕਹਿਤਾ, ਕਹਿੰਦਾ ਸਰ ਜੀ ਮੇਰੀ ਡਿਊਟੀ ਤੁਹਾਡੀ ਮਰਜ਼ੀ, ਕਿਤੇ ਮਰਜ਼ੀ ਲਾ ਦਿਓ, ਮੈਂ ਅੱਜ ਤੋਂ ਬਾਅਦ ਰਿਸ਼ਵਤ ਨਹੀਂ ਲਊਂਗਾ। ਕਹਿੰਦਾ ਕੀ ਹੋ ਗਿਆ ਜੀ ਤੈਨੂੰ? ਕਹਿੰਦਾ ਜੀ ਮੈਂ ਕੱਲ੍ਹ ਅੰਮ੍ਰਿਤ ਛਕ ਲਿਆ। ਕਹਿੰਦਾ ਫੇਰ ਕੀ ਹੋ ਗਿਆ? ਆਹ ਬਥੇਰੇ ਰਿਸ਼ਵਤਾਂ ਲੈਂਦੇ ਨੇ ਅੰਮ੍ਰਿਤਧਾਰੀ ਫਲਾਣਾ ਤੇ। ਕਹਿੰਦਾ ਜੀ ਲੈਂਦੇ ਹੋਣਗੇ, ਮੈਂ ਅੱਜ ਤੋਂ ਬਾਅਦ ਰਿਸ਼ਵਤ ਨਹੀਂ ਲੈਂਦਾ। ਕਹਿੰਦਾ ਮੈਂ ਤੇਰੀ ਬਦਲੀ ਕਰਵਾ ਦੂੰ। ਕਹਿੰਦਾ ਜੀ ਕਿਤੇ ਮਰਜ਼ੀ ਕਰਵਾ। ਪੰਜਾਬ ਪੁਲਿਸ 'ਚ ਪੰਜਾਬ 'ਚ ਹੀ ਰੱਖੋਗੇ, ਪਾਕਿਸਤਾਨ ਤਾਂ ਭੇਜਣੋਂ ਰਹੇ। ਉਹਨਾਂ ਨੇ ਉਹਦੀ ਘਨੌਰ ਤੋਂ ਬਦਲੀ ਭਵਾਨੀਗੜ੍ਹ ਦੀ ਕਰਤੀ। ਉਹ ਕਹਿੰਦਾ ਕੋਈ ਗੱਲ ਨਹੀਂ, ਬਸ ਆਉਣ ਜਾਣ ਦੀ ਖੇਚਲੀ ਹੈ, ਸਗੋਂ ਵਧੀਆ ਬੱਸ 'ਚ ਬੈਠ ਕੇ ਪਾਠ ਕਰ ਲਿਆ ਕਰਾਂਗੇ, ਸਿਮਰਨ ਕਰ ਲਿਆ ਕਰਾਂਗੇ। ਕਈ ਇਹੋ ਜਿਹੇ ਸੂਰਮੇ ਵੀ ਹੁੰਦੇ ਨੇ, ਹੁੰਦੇ ਨੇ। ਫਿਰ ਜਿਹੜੀ ਗੱਲ ਸੁਣ ਲਈ ਇੱਟ ਤੇ ਮਤਲਬ ਪੱਥਰ ਤੇ ਲਕੀਰ ਹੋ ਜਾਂਦੀ ਆ। ਸਾਧ ਸੰਗਤ ਜੀ ਫਿਰ ਇਹੋ ਜਿਹੇ ਬੰਦਿਆਂ ਨੂੰ ਪਰਮਾਤਮਾ ਭਾਗ ਵੀ ਬਹੁਤ ਲਾਉਂਦਾ।
ਹੁਸ਼ਿਆਰਪੁਰ ਦਾ ਇੱਕ ਬੰਦਾ ਮਹਿੰਦਰ ਸਿੰਘ, ਗਰੀਬੀ ਸੀ, ਜ਼ਮੀਨ ਜ਼ਿਆਦਾ ਉਪਜਾਊ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਉਹ ਜਾ ਕੇ ਡਰਾਈਵਰ ਲੱਗੇਗਾ ਟਰੱਕ ਦੇ ਉੱਤੇ। ਹੌਲੀ ਹੌਲੀ ਕਰਕੇ ਉਹਨੇ ਮਸੀਂ ਜੋੜ ਜੂੜ ਕੇ ਇੱਕ ਪੁਰਾਣਾ ਜਿਹਾ ਟਰੱਕ ਲੈ ਲਿਆ, ਟੁੱਟਿਆ ਜਿਹਾ। ਇਹਨਾਂ ਨੂੰ ਉੱਥੇ ਕੋਈ ਸੰਤ ਮਹਾਂਪੁਰਸ਼ ਗਏ ਜਾਂ ਪੰਜ ਪਿਆਰੇ ਗਏ, ਉੱਥੇ ਅੰਮ੍ਰਿਤ ਛਕ ਲਿਆ। ਹੁਣ ਪੰਜਾਂ ਪਿਆਰਿਆਂ ਨੇ, ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਰਸਨਾ ਤੇ ਬੈਠ ਕੇ ਕਿਹਾ ਬਈ ਸਿੱਖੋ ਅੱਜ ਤੋਂ ਬਾਅਦ ਦਸਵੰਧ ਕੱਢਣੇ। ਕਹਿੰਦੇ ਵੀ ਦਸਵੰਧ ਇਹ ਹੁੰਦਾ ਜੇ ਤੁਸੀਂ 10 ਰੁਪਏ ਕਮਾਵੋ, 1 ਰੁਪਈਆ ਤੁਸੀਂ ਗੁਰੂ ਵਾਸਤੇ ਕੱਢਣਾ ਤੇ 9 ਰੁਪਏ ਆਪਣੇ ਵਾਸਤੇ ਵਰਤਣੇ ਨੇ। ਹੁਣ ਇਹ ਮਹਿੰਦਰ ਸਿੰਘ ਵਿਚਾਰਾ ਅਨਪੜ੍ਹ ਬੰਦਾ ਸੀ। ਸ਼ਰਧਾ ਭਾਵਨਾ ਇਹਦੇ ਅੰਦਰ ਬਹੁਤ ਸੀ, ਕਿਉਂਕਿ ਅਨਪੜ੍ਹ ਬੰਦੇ ਦੇ ਅੰਦਰ ਪੜ੍ਹੇ ਲਿਖੇ ਨਾਲੋਂ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਹੁੰਦੀ ਹੈ। ਸਾਡੇ ਅੰਦਰ ਤਾਂ ਤਰਕਾਂ ਬਤਰਕਾਂ ਜੋ ਅਸੀਂ ਕਿਤਾਬਾਂ ਪੜ੍ਹੀਆਂ ਨੇ ਉਹ ਖੜੀਆਂ ਹੋਈਆਂ ਰਹਿੰਦੀਆਂ ਨੇ। ਇਸ ਕਰਕੇ ਤੁਸੀਂ ਦੇਖਿਆ ਹੋਣਾ ਜਿੰਨੇ ਸੰਤ ਮਹਾਂਪੁਰਸ਼ ਹੋਏ ਨੇ ਉਹਨਾਂ ਦੇ ਵਿੱਚ ਅਨਪੜ੍ਹ ਜ਼ਿਆਦਾ ਸੀ। ਪੜ੍ਹ ਐਂ ਕਿਵੇਂ ਹੋ ਜੂ, ਪੜ੍ਹਿਆ ਤਾਂ ਐਂ ਤਾਂ ਯਾਰ ਕਿਤੇ ਕੁਛ ਹੋਰ ਨਾ ਹੋ ਜੇ, ਆਪਾਂ ਤਾਂ ਬਸ ਇਹੀ ਸੋਚੀ ਜਾਂਦੇ। ਇਸ ਕਰਕੇ ਸਾਡੀ ਤਰੱਕੀ, ਆਤਮਿਕ ਤਰੱਕੀ ਨਹੀਂ ਹੁੰਦੀ। ਹੁਣ ਮਹਿੰਦਰ ਸਿੰਘ ਨੇ ਸੁਣ ਲਿਆ ਕਿ ਜੀ ਦਸਵੰਧ ਕੱਢਣੇ। ਹੁਣ ਉਹ ਨਾ ਕੁਦਰਤੀ ਉਲਟ ਸੁਣ ਗਿਆ, ਸਮਝ ਗਿਆ ਵੀ 9 ਰੁਪਏ ਗੁਰੂ ਵਾਸਤੇ ਕੱਢਣੇ ਨੇ, 1 ਰੁਪਈਆ ਆਪਣੇ ਵਾਸਤੇ ਰੱਖਣਾ। ਦੇਖੋ ਸਾਧ ਸੰਗਤ ਜੀ, ਦਸਵੰਧ ਕੱਢਣਾ ਹੈ ਤਾਂ ਬਹੁਤ ਔਖਾ, ਪਰ ਜਦੋਂ ਅਸੀਂ ਕੱਢਣ ਲੱਗ ਗਏ, ਇੱਕ ਗੱਲ ਯਾਦ ਰੱਖਿਓ, ਤੁਹਾਡਾ ਕੋਈ ਵੀ ਕੰਮ ਪੈਸੇ ਕਰਿਓ ਰੁਕੇਗਾ ਨਹੀਂ। ਤੁਹਾਡੀ ਜੇਬ 'ਚ ਪੈਸਾ ਹੈ ਜਾਂ ਨਾ ਹੈ, ਤੁਸੀਂ ਲੱਖਾਂ ਦਾ ਸੌਦਾ ਕਰ ਲਿਓ, ਗੁਰੂ ਮਹਾਰਾਜ ਤੁਹਾਡੀ ਪਿੱਠ ਨਹੀਂ ਲੱਗਣ ਦੇਣਗੇ। ਇਹ ਪ੍ਰਤਿਆਈ ਹੋਈ ਗੱਲ ਹੈ। ਜਦੋਂ ਦਸਵੰਧ ਕੱਢਦੇ ਨੇ ਜਿਹੜੇ ਸਿੱਖ, ਉਹਨਾਂ ਕਦੀ ਕੰਮ ਰੁਕਦਾ ਨਹੀਂ। ਹੁਣ ਮਹਿੰਦਰ ਸਿੰਘ ਨੇ ਕੀ ਕਰਿਆ, 9 ਰੁਪਏ ਗੁਰੂ ਦੀ ਗੋਲਕ 'ਚ, ਇਹ ਵੀ ਦੱਸਿਆ ਸੀ ਕਿ ਗਰੀਬਾਂ ਦੀ ਮਦਦ ਕਰ ਰਿਹਾ, ਫਲਾਣਾ ਕਰ ਰਿਹਾ, 1 ਰੁਪਈਆ ਉਹ ਆਪਦੇ ਘਰ ਲਿਆ ਰਿਹਾ। ਫਰਜ਼ ਕਰ ਲਓ ਜੇ ਰੋਜ਼ ਉਹ 10,000 ਕਮਾਉਂਦਾ ਤਾਂ 1000 ਰੁਪਈਆ ਘਰੇ ਤੇ 9,000 ਉੱਧਰ ਗੁਰੂ ਦੇ ਲੇਖੇ। ਉਹ ਤਾਂ ਦਿਨਾਂ 'ਚ ਹੀ ਇੰਨੀਆਂ ਬਰਕਤਾਂ ਪਈਆਂ ਉਹਦੇ ਕੰਮ 'ਚ। ਉਹ ਟੁੱਟੇ ਜਿਹਾ ਟਰੱਕ ਵੇਚਿਆ, ਨਵਾਂ ਲੈ ਲਿਆ, ਨਵਾਂ ਲਿਆ, ਦੂਜਾ ਲੈ ਲਿਆ, ਤੀਜਾ ਲੈ ਲਿਆ, ਚੌਥਾ ਲੈ ਲਿਆ। ਬੜੇ ਹੈਰਾਨ ਹੋਏ ਜਿਹੜੇ ਬਾਕੀ ਟਰਾਂਸਪੋਰਟਰ ਸੀ ਨਾ, ਆ ਕੇ ਮਹਿੰਦਰ ਸਿੰਘ ਕਹਿੰਦੇ ਯਾਰ ਇਹ ਕੋਈ 2 ਨੰਬਰ ਦਾ ਧੰਦਾ ਕਰਦਾ ਹੋਊਗਾ ਪੱਕਾ, ਕਿਉਂਕਿ ਸਾਡੀ ਨਾ ਸੋਚ ਇੱਥੇ ਤੱਕ ਹੀ ਖੜੀ ਹੈ। ਜੇ ਕੋਈ ਤਰੱਕੀ ਕਰਦਾ ਨਾ, ਵਧੀਆ ਕੋਠੀ ਪਾਉਂਦਾ, ਆਪਾਂ ਨੂੰ ਲੱਗਦਾ ਯਾਰ ਵੀ ਇਹਦੇ ਹੱਥ ਨਾ ਕਿਤੇ ਕੋਈ ਨੋਟਾਂ ਵਾਲਾ ਟੈਚੀ ਲੱਗ ਗਿਆ, ਇਹਨੂੰ ਕਿਤੇ ਆ ਗਈ ਕਿਤੋਂ। ਹੁਣ ਮਹਿੰਦਰ ਸਿੰਘ ਨੂੰ ਪੁੱਛਦੇ ਨੇ ਉਹ ਇਕੱਠੇ ਹੋ ਕੇ, ਕਹਿੰਦੇ ਮਹਿੰਦਰ ਸਿੰਘ ਯਾਰ ਕਿਤੇ ਕੋਈ ਗਲਤ ਕੰਮ ਤਾਂ ਨਹੀਂ ਲੱਗਿਆ ਕਰਨ, ਤੂੰ ਤਾਂ ਆ ਸਾਲ 1.5 ਸਾਲ ਦੇ ਵਿੱਚ ਕਿੱਥੇ ਤੂੰ ਟੁੱਟਿਆ ਜਿਹਾ ਟਰੱਕ ਸੀ ਤੇਰੇ ਕੋਲੇ, ਹੁਣ ਕਿੱਥੇ ਤੂੰ ਕਿੰਨੇ ਗੱਡੀਆਂ ਲੈ ਲਈਆਂ ਨਵੀਆਂ। ਉਹ ਕਹਿੰਦਾ ਵੀ ਇਹ ਨਾ ਮੇਰੇ ਕਲਗੀਆਂ ਵਾਲੇ ਦੀ ਦਸਵੰਧ ਦੀ ਕਿਰਪਾ ਹੈ। ਕਹਿੰਦੇ ਦਸਵੰਧ ਤਾਂ ਅਸੀਂ ਵੀ ਕੱਢਦੇ ਹਾਂ, ਅਸੀਂ ਤਾਂ ਤੇਰੇ ਜਿੰਨੇ ਅਮੀਰ ਹੋਏ ਨਹੀਂ ਹੈਗੇ। ਕਹਿੰਦੇ ਤੂੰ ਦਸਵੰਧ ਕੱਢਦਾ ਕਿੰਨੇ? ਉਹਨੇ ਦੱਸਤਾ, ਕਹਿੰਦੇ ਜੀ ਭਾਈ ਮੈਂ ਤਾਂ ਐਂ ਕੱਢਦਾ ਵੀ ਮੈਂ ਤਾਂ ਜਿਹੜਾ ਹੈਗਾ 9 ਰੁਪਏ ਗੁਰੂ ਦੇ ਲੇਖੇ ਤੇ ਜਿਹੜਾ 1 ਰੁਪਈਆ ਆਪਣੇ ਲੇਖੇ। ਉਹ ਕਰੇ ਮੂਰਖਾ, ਐ ਨਹੀਂ ਕਹਿੰਦਾ ਦੇਖ ਯਾਰ ਮੈਨੂੰ ਤਾਂ ਇਹ ਸਮਝ ਆਇਆ, ਮੈਂ ਤਾਂ ਹੁਣ ਐਂ ਕੱਢੂੰ। ਤੁਹਾਡੀ ਸਿਆਣਪ ਤੁਸੀਂ ਆਪਣੇ ਕੋਲੇ ਰੱਖੋ, ਤੁਹਾਡੀ ਸਿਆਣਪ ਦੀ ਮੈਨੂੰ ਲੋੜ ਨਹੀਂ। ਮੇਰੇ ਦਿਮਾਗ 'ਚ ਮਹਾਰਾਜ ਨੇ ਮੈਨੂੰ ਕਿਹਾ ਸਾਰਿਆਂ ਨੂੰ ਇਹੀ ਗੱਲ ਹੋਣੀ ਜਿਹੜੀ ਤੁਸੀਂ ਕਹਿ ਰਹੇ ਹੋ, ਪਰ ਉਹਨੇ ਮੇਰੇ ਕੰਨਾਂ 'ਚ ਬੈਠ ਕੇ ਮੇਰੇ ਅੰਦਰ ਇਹ ਮੈਸੇਜ ਦੇਤਾ ਕਿ ਵੀ 9 ਰੁਪਏ ਗੁਰੂ ਦੇ ਲੇਖੇ, 1 ਰੁਪਈਆ ਆਪਣੇ ਲੇਖੇ। ਮੈਂ ਤਾਂ ਹੁਣ ਐਂ ਕੱਢੂੰ ਕਿਉਂਕਿ ਮੈਂ ਦੇਖ ਲਿਆ ਹੁਣ ਇਹਦਾ ਸਵਾਦ। ਸਾਧ ਸੰਗਤ ਜੀ, ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਇਹ ਵਾਅਦਾ ਕੀਤਾ ਆਪਣੇ ਚੇਲਿਆਂ ਨਾਲ, ਕਹਿੰਦਾ ਤੂੰ ਮੇਰੇ लिए एक कदम उठा के तो देख, तेरे लिए सारे रास्ते ना खोल दूं तो कहना, तू मेरे लिए एक आंसू बहा के तो देख, तेरे चरणों में 7 समुद्र हाजिर ना कर दूं तो कहना। भाव जो असी परमात्मा दे निमित्त कोई भी काम करते हैं, परमात्मा करोड़ां नहीं असंख्यां गुणा फल सानू उहदा दिंदा। इस करके सतगुरु दे बारे भाई गुरदास जी कहते ना, चरण शरण गुर एक पेंडा जाए चल, सतगुर कोट पेंडा आगे होए लेत है। कढ़दे 15 मिनट कढ़दे, घंटा 2 घंटे 4 घंटे कढ़दे, सतगुरु सानू उन्ने लई याद करदा। भाई गुरदास जी अगली पंक्ति 'च ये भी कहते हैं, कहते जे सिख भावना दे सहित एक बारी गुरु नू याद करदा तां गुरु करोड़ां वारी अपने सिख दा नाम जपदा। सानू तो लगता यार असी पता नहीं गुरु सानू जानदा हो, पता नहीं जानदा हो। नहीं साध संगत जी, जे तुहानू जानदा तां पूरी दुनिया 'चों बांह फड़ के तुहानू अमृत दी दात बख्शी उहने, तां तुहानू बांह फड़ के सत्संग दे विच लैके आया। इहदा मतलब तुसी गुरु दी किरपा दृष्टि दे हेठां हो,
बाकी तो आंढ गुआढ़ ਦੇ ਵਿੱਚ ਵੀ ਕਿੰਨੇ ਲੋਕ ਬੈਠੇ ਨੇ, ਕਿੰਨੇ ਆਪਣੇ ਸਤਸੰਗੀਆਂ ਨੂੰ ਵਿਚਾਰਿਆਂ ਨੂੰ ਅੱਜ ਕੋਈ ਡੇਕਾ ਲੱਗ ਗਿਆ ਹੋਣਾ ਜਾਂ ਕੋਈ ਸਿਹਤ ਨਹੀਂ ਠੀਕ ਹੋਣੀ, ਨਹੀਂ ਆ ਸਕੇ। ਇਟ ਮੀਨ ਜੇ ਸਾਡੇ ਤੇ ਕੋਈ ਉਹਦੀ ਵਿਸ਼ੇਸ਼ ਕਿਰਪਾ ਹੈ ਅੱਜ, ਤਾਂ ਸਾਨੂੰ ਉਹ ਮਤਲਬ ਸਤਸੰਗ ਦੀ ਦਾਤ ਬਖਸ਼ੀ ਹੈ ਉਹਨੇ। ਅਸੀਂ ਉਹਦੀਆਂ ਨਜ਼ਰਾਂ 'ਚ ਉਹ ਸਾਨੂੰ ਦੇਖਦਾ, ਸਾਨੂੰ ਸੁਣਦਾ, ਸਾਡਾ ਉਹ ਇੰਨਾ ਜ਼ਿਆਦਾ ਧਿਆਨ ਰੱਖਦਾ ਸਾਧ ਸੰਗਤ ਜੀ ਉਹ, ਕਿ ਸਾਡੀ ਨਾ ਉਹਨਾਂ ਧਿਆਨ ਸਾਡੀ ਨਾ ਮਾਂ ਰੱਖਦੀ ਹੈ, ਨਾ ਸਾਡਾ ਬਾਪ ਰੱਖਦਾ, ਨਾ ਸਾਡਾ ਕੋਈ ਧੀ ਪੁੱਤ ਰੱਖਦਾ, ਉਹਨਾਂ ਧਿਆਨ ਸਾਡਾ ਕੋਈ ਵੀ ਨਹੀਂ ਰੱਖਦਾ ਜਿੰਨਾ ਧਿਆਨ ਸਾਡਾ ਗੁਰੂ ਰੱਖਦਾ। ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਮੈਂ ਸਾਰੇ ਰਿਸ਼ਤੇਦਾਰ ਦੇਖ ਲਏ, ਸਹੁਰਿਆਂ ਦੇ, ਨਾਨਕਿਆਂ ਦੇ, ਦਾਦਕਿਆਂ ਦੇ, ਸਾਰੇ ਰਿਸ਼ਤੇਦਾਰ, ਪਰ ਜਿੰਨਾ ਸਖਾ ਗੁਰੂ ਬਣਦਾ ਨਾ, ਉਹਨੇ ਸਖੇ ਢਿੱਡ ਤੋਂ ਜੰਮੇ ਹੋਏ ਧੀ ਪੁੱਤ ਵੀ ਨਹੀਂ ਬਣਦੇ, ਉਹਨੇ ਸਖੇ ਉਹ ਵੀ ਨਹੀਂ ਬਣਦੇ। ਉਹ ਵੀ ਕਈ ਵਾਰੀ ਧੱਕ ਦਿੰਦੇ ਨੇ, ਉਹ ਵੀ ਸਾਡਾ ਨੁਕਸ ਦੇਖ ਕੇ ਬਾਪੂ ਤੂੰ ਤਾਂ ਐਵੇਂ ਬੋਲੀ ਜਾਣਾ, ਚੱਲ ਤੇਰਾ ਮੰਜਾ ਪਰਾਂ ਡਾਈਏ ਉੱਧਰ ਪੋਰਚ ਦੇ ਪਰਲੇ ਪਾਸੇ ਲੰਘਾ ਦੇਣਾ, ਪਿੰਡਾਂ ਵਾਲੇ ਫਿਰ ਤੂੜੀ ਵਾਲੇ 'ਚ ਮੁੰਡਾ ਡਾਹੇ ਹੁੰਦੇ ਨੇ। ਪਰ ਗੁਰੂ ਐ ਨਹੀਂ ਕਰਦਾ, ਗੁਰੂ ਐ ਨਹੀਂ ਕਰਦਾ। ਗੁਰੂ ਤਾਂ ਬਹੁਤ ਦਿਆਲੂ ਹੈ। ਹਾਂ, ਜੇ ਅਸੀਂ ਉਹ ਨਿਰਲੱਜ ਹੋ ਜਾਈਏ, ਪਾਪ ਤੇ ਪਾਪ ਕਰੀ ਜਾਈਏ, ਫਿਰ ਉਹ ਕਈ ਵਾਰੀ ਪਰਦਾ ਚੁੱਕ ਦਿੰਦਾ, ਸਿੱਖਾ ਹੁਣ ਐਨੇ ਪਰਦੇ ਮੈਂ ਤੇਰੇ ਨਹੀਂ ਢੱਕ ਸਕਦਾ, ਹੈ ਨਾ। ਕਹਿੰਦੇ ਉਹ ਪਰਮਾਤਮਾ ਜੀ ਅਨੇਕਾਂ ਬੰਦੇ ਤੇਰੀ ਪੂਜਾ ਕਰਦੇ ਨੇ, ਭਾਵ ਤੈਨੂੰ ਭੇਟਾ ਕਰਦੇ ਨੇ ਕੁਛ ਨਾ ਕੁਛ, ਤਪ ਹੈ ਬੇਅੰਤ ਤਪ, ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ ਤੇਰੇ ਵਾਸਤੇ, ਹੈ ਨਾ। ਕਈ ਜਪੈ ਬੇਅੰਤ, ਮਹਾਰਾਜ ਤੈਨੂੰ ਬੇਅੰਤ ਬੰਦੇ ਜਪ ਰਹੇ ਨੇ। ਸਾਧ ਸੰਗਤ ਜੀ ਇਕੱਲੇ ਅਸੀਂ ਇੰਨੇ ਚੌੜੇ ਨਹੀਂ ਹੋ ਜਾਣਾ ਕਿ ਜੀ ਅਸੀਂ ਉਹ ਸਤਸੰਗੀਆਂ ਜੀ, ਅਸੀਂ ਉਹ ਰੋਜ਼ ਗੁਰਦੁਆਰੇ ਜਾਂਦੇ ਹਾਂ ਜੀ, ਅਸੀਂ ਉਹ ਨਿਤਨੇਮੀਆਂ ਜੀ, ਅਸੀਂ ਉਹ ਮਤਲਬ ਕਥਾ ਸੁਣਦੇ ਹਾਂ, ਨਹੀਂ, ਬੇਅੰਤ ਲੱਗੇ ਹੋਏ ਨੇ। ਇੱਕ ਹੋਰ ਪਤੇ ਦੀ ਗੱਲ ਇਹ, ਜਿੰਨੇ ਆਪਾਂ ਉਹਦੇ ਸਰੀਰ ਬੈਠੇ ਨਾ, ਇਹਨੂੰ 300 ਨਾਲ ਗੁਣਾ ਕਰ ਦਿਓ, ਉਹਨੇ ਉਹਦੇ ਗੁਪਤ ਸਰੀਰ ਵੀ ਕਥਾ ਸੁਣ ਰਹੇ ਨੇ। ਉਹਨੇ ਗੁਪਤ ਸਰੀਰ, ਜੇ ਜਿੰਨੇ ਆਪਾਂ ਬੰਦੇ ਬੈਠੇ ਹਾਂ, 50 ਬੈਠੇ ਹਾਂ, 60 ਬੈਠੇ ਹਾਂ, ਉਸ ਨੂੰ ਜੇ ਆਪਾਂ 300 ਨਾਲ ਗੁਣਾ ਕਰਦੀ ਤਾਂ ਉਹਨੇ ਗੁਪਤ ਸ਼ਹੀਦੀ ਫੌਜਾਂ ਉਹਦੇ ਕਥਾ ਸੁਣ ਰਹੀਆਂ, ਕਿਉਂਕਿ ਨਾਮ ਦੇ ਰਸੀਏ ਨੇ। ਜਿਹੜੀ ਉਹ ਅਣਡਿੱਠੀ ਦੁਨੀਆ, ਉਹਦਾ ਵਰਤਾਰੇ ਬਾਰੇ ਤਾਂ ਸਾਨੂੰ ਕੁਝ ਪਤਾ ਹੀ ਨਹੀਂ, ਪਰ ਜੋ ਸਾਨੂੰ ਦਿਸਦਾ ਵੀ ਹੈ ਨਾ, ਸਥੂਲ ਸੰਸਾਰ ਵੀ ਹੈ, ਇਹਦੇ ਵਿੱਚ ਵੀ ਸਾਧ ਸੰਗਤ ਜੀ ਬੇਅੰਤ ਬੰਦੇ ਨਾਮ ਜਪ ਰਹੇ ਨੇ। ਪਤਾ ਕੀ ਹੈ, ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ? ਸਾਡੀ ਵਿਰਤੀ ਉਹ ਨਹੀਂ ਉਹ ਚੀਜ਼ ਦੇਖਣ ਦੀ। ਮੈਂ ਆਪਣੇ ਕੁਲੀਗਸ ਨੂੰ ਦੇਖਿਆ, ਇੱਕ ਸਾਡੇ ਕੋਈ ਕਈ ਸੀ, ਕਾਫੀ ਸੀ, ਮਤਲਬ ਚਲੋ ਹਿੰਦੂ ਸੀ, ਬੀਬੀ ਉਹ ਬਾਲ ਕੱਟੇ ਹੋਏ, ਹੈ ਨਾ, ਉੱਦਾਂ ਸਾੜੀ ਪਾਈ ਹੋਈ, ਅਤੇ ਕੁਦਰਤੀ ਮੈਂ ਬੈਠਾ, ਮੇਰੇ ਕੋਲ ਆ ਕੇ ਬੈਠੇ, ਮੈਂ ਨਾ ਫਰੋਲ ਕੇ ਦੇਖਿਆ ਉਹਨੂੰ, ਮੈਂ ਦੇਖਿਆ ਇੰਨੀ ਡੂੰਘੀ ਜਾ ਰਹੀ, ਪਰਮਾਤਮਾ ਨਾਲ ਇੰਨੀ ਨੇੜਤਾ ਇਹਦੀ, ਕਮਾਲ ਆ ਯਾਰ। ਰਘਵੀਰ ਸਿੰਘ ਤੂੰ ਤਾਂ ਕੁਛ ਵੀ ਨਹੀਂ, ਐਵੇਂ ਚੌੜਾ ਹੋਇਆ ਫਿਰ ਤਾਂ। ਇੱਕ ਕੋਈ ਹੋਰ ਬੀਬੀ ਸੀ, ਸਿੱਖ ਘਰਾਣੇ ਨਾਲ ਸੰਬੰਧ ਰੱਖਦੀ, ਉਹ ਮੇਰੇ ਕੋਲ ਆ ਕੇ ਬੈਠੀ, ਚਰਨਾਟਾਂ ਚੜ੍ਹ ਗਈਆਂ। ਮੈਂ ਉਹਦੇ ਮੂੰਹ ਵੱਲ ਦੇਖਿਆ, ਚਰਨਾਟਾਂ ਨਾ ਰੁਕਣ। ਉਹਨੂੰ ਪੁੱਛਾਂ, ਭੈਣ ਜੀ ਤੁਹਾਡੇ ਤੋਂ ਮੈਂ ਇੱਕ ਗੱਲ ਪੁੱਛਾਂ? ਕਹਿੰਦੇ ਪੁੱਛ। ਮੈਂ ਜੀ ਤੁਹਾਡੀ ਪ੍ਰਾਈਵੇਸੀ ਆ, ਮੇਰਾ ਕੋਈ ਹੱਕ ਨਹੀਂ ਕਿ ਮੈਂ ਤੁਹਾਡੀ ਪ੍ਰਾਈਵੇਸੀ ਵੱਲ ਝਾਕਾਂ, ਪਰ ਮੈਂ ਪੁੱਛ ਲਾਂ ਜੇ ਤੁਸੀਂ ਆਗਿਆ ਦੇਵੋ। ਕਹਿੰਦੇ ਹਾਂ ਵੀਰ ਪੁੱਛ। ਛੋਟੀ ਸੀ ਮੈਥੋਂ ਉਮਰ ਦੀ, ਮੈਂ ਤਾਂ ਰਿਟਾਇਰ ਹੋ ਗਿਆ, ਉਹ ਤਾਂ ਅਜੇ ਸਰਵਿਸ ਦੇ ਵਿੱਚ ਹੈ। ਇੱਕ ਗੱਲ ਦੱਸੋ, ਤੁਸੀਂ ਕਿੰਨਾ ਕੁ ਪਾਠ ਕਰਦੇ ਹੋ? ਉਹ ਮੇਰੇ ਵੱਲ ਨਾ ਟੇਢਾ ਟੇਢਾ ਦੇਖਿਆ ਉਹਨੇ। ਕਹਿੰਦੀ ਕਿਉਂ? ਮੈਂ ਕਿਹਾ ਜੀ ਮੈਂ ਹੈਗਾ ਜੇਬ ਕਤਰਾ, ਮੈਨੂੰ ਪਤਾ ਲੱਗਿਆ ਵੀ ਤੁਹਾਡੀ ਜੇਬ ਦੇ ਵਿੱਚ ਇਹ ਭਗਤੀ ਰੂਪੀ ਲਾਲ ਹੈਗਾ। ਤੁਸੀਂ ਕਿੰਨਾ ਕੁ ਪਾਠ ਕਰਦੇ ਹੋ, ਕਿੰਨੀ ਕੁ ਭਗਤੀ ਕਰਦੇ ਹੋ, ਮੈਨੂੰ ਦੱਸੋ। ਪੁੱਛਣਾ ਮੇਰਾ ਫਰਜ਼ ਨਹੀਂ ਬਣਦਾ, ਪਰ ਹੁਣ ਮੈਂ ਕਰਾਂ ਕੀ, ਮੈਂ ਮਜਬੂਰ ਹੋ ਗਿਆ ਪੁੱਛਣ ਵਾਸਤੇ। ਉਹ ਕਹਿੰਦੇ ਵੀਰ ਮੇਰੇ ਪੇਕਿਆਂ ਦਾ ਘਰ ਭੱਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਰੋਪੜ ਕੋਲ ਹੈ। ਅੱਛਾ, ਅਸੀਂ ਐਤਵਾਰ ਨੂੰ ਉੱਥੇ ਸਾਰਾ ਦਿਨ ਸੇਵਾ ਕਰਦੀਆਂ ਸਤਨਾਮ ਵਾਹਿਗੁਰੂ ਜਪਦੀਆਂ। ਉੱਦਾਂ ਵੀ ਅਸੀਂ ਸਾਰਾ ਦਿਨ ਨਾਮ ਜਪਦੀਆਂ, ਮਤਲਬ ਕਰਦੀਆਂ। ਅਸੀਂ ਉੱਦਾਂ ਵੀ ਜਿਵੇਂ ਮੈਂ ਹੁਣ ਕਹਿੰਦੀ ਚੰਡੀਗੜ੍ਹ ਵਿਆਹੀ ਹਾਂ ਜਾਂ ਹੋਰ, ਅਸੀਂ ਮਤਲਬ ਪਾਠ ਪੂਜਾ ਬਹੁਤ ਕਰਦੇ ਹਾਂ। ਮੈਂ ਕਿਹਾ ਹਾਂ, ਤੁਹਾਨੂੰ ਐਂ ਦੱਸੋ ਪਤਾ ਕਿਵੇਂ ਲੱਗਿਆ? ਮੈਂ ਕਿਹਾ ਇਹ ਨਹੀਂ ਮੈਂ ਦੱਸਦਾ, ਨਾ ਮੈਨੂੰ ਪਤਾ ਹੈ, ਨਾ ਮੈਨੂੰ ਇਹ ਵੀ ਨਹੀਂ ਪਤਾ ਵੀ ਮੈਨੂੰ ਪਤਾ ਕਿਵੇਂ ਲੱਗਿਆ, ਇਹ ਵੀ ਨਹੀਂ ਮੈਨੂੰ ਪਤਾ ਲੱਗਿਆ ਮੈਨੂੰ ਪਤਾ ਕਿਵੇਂ ਲੱਗਿਆ। ਬਸ ਮੈਨੂੰ ਪਤਾ ਲੱਗਿਆ ਵੀ ਮੈਂ ਬਰਫ਼ ਦੀ ਸਿੱਲੀ ਦੇ ਕੋਲ ਬੈਠਾ। ਬਹੁਤ ਸਾਰੀ ਦੁਨੀਆ ਜਿਨ੍ਹਾਂ ਬਾਰੇ ਸਾਨੂੰ ਗਿਆਨ ਹੀ ਨਹੀਂ ਹੈਗਾ। ਹੁਣ ਕੋਈ ਸਾਈਕਲ, ਮੈਨੂੰ ਯਾਦ ਆ ਮੈਂ ਸਾਈਕਲ ਹੁੰਦਾ ਸੀ ਮੇਰੇ ਕੋਲੇ, ਮੈਂ ਸ਼ਾਮ ਨੂੰ ਆ ਰਿਹਾ, ਮੈਂ ਦੇਖਿਆ ਇੱਕ ਭਾਈ ਨੇ ਸਲਵਾਰ ਪਾਈ ਹੋਈ ਹੈ, ਕੁੜਤਾ ਪਾਇਆ ਹੋਇਆ,
ਕੁੱਲੇ ਵਾਲੀ ਪੱਗ ਬੰਨੀ ਹੋਈ ਆ ਤੇ ਉਹ ਕਲੀਨ ਸ਼ੇਵ ਹੈ। ਉਹ ਨਾ ਕੁਛ ਗਾਉਂਦਾ ਜਾ ਰਿਹਾ, ਇਹ ਮੇਰੀ ਚੰਦਰੀ ਆਦਤ ਹੈ। ਮੈਂ ਯਾਰ ਇਹ ਬਜ਼ੁਰਗ ਕੀ ਗਾਉਂਦਾ ਜਾ ਰਿਹਾ, ਮੈਂ ਤਾਂ ਮੁੰਡਾ ਖੁੰਡਾ ਸੀ ਉਦੋਂ, ਮੇਰਾ 25 26 28 ਸਾਲ ਦੀ ਉਮਰ। ਯਾਰ ਇਹ ਬਜ਼ੁਰਗ ਕੀ ਗਾਉਂਦਾ ਜਾ ਰਿਹਾ, ਇਹ ਹੀਰ ਗਾ ਰਿਹਾ, ਸਹਿਬਾਂ ਗਾ ਰਿਹਾ, ਕੀ ਗਾ ਰਿਹਾ। ਜਦੋਂ ਮੈਂ ਬੜਾ ਨੇੜੇ ਹੋ ਕੇ ਸੁਣਿਆ, ਆਹੀ ਸ਼ਬਦ ਗਾ ਰਿਹਾ ਸੀ। ਰਹਿ ਰਸ ਦਾ ਪਾਠ ਉਹ ਸਾਈਕਲ ਤੇ ਹੌਲੀ ਹੌਲੀ ਕਰ ਰਿਹਾ, ਹਾਂ ਸਹੀ ਭਗਤ ਸੇ ਭਗਤ ਸਲਾਹਣ ਤੁਧ। ਮੈਂ ਆਖਿਆ ਯਾਰ ਹੈ ਕਲੀਨ ਸ਼ੇਵਨ ਹੈ, ਸਲਵਾਰ ਪਾਈ ਹੈ, ਪੈਰਾਂ ਚੱਪਲ ਪਾਈ ਆ, ਉਹ ਕੁੱਲੇ ਵਾਲੀ ਪੱਗ ਬੰਨੀ ਆ, ਉਹਦੇ ਵੀ ਹੈ ਹਿੰਦੂ, ਇਹ ਜਪਦਾ ਜਾ ਰਿਹਾ। ਸਾਨੂੰ ਪਤਾ ਹੀ ਨਹੀਂ ਕਿੰਨੇ ਕੁ ਜਪ ਰਹੇ ਨੇ। ਸਾਡਾ ਮਤਲਬ ਸਾਡੀ ਬੁੱਧੀ, ਆਪਾਂ ਨੂੰ ਤਾਂ ਲੱਗਦਾ ਨਾ ਵੀ ਕਲਯੁਗ ਹੈ ਜੀ ਕੋਈ ਨਹੀਂ ਜਪਦਾ, ਇਹ ਤਾਂ ਲੋਕ ਠੱਗੀਆਂ ਮਾਰ ਰਹੇ ਨੇ ਜੀ, ਲੋਕ ਕਰੈਕਟਰਲੈਸ ਨੇ। ਕਿਉਂਕਿ ਜਿਹੜੀ ਬਿਰਤੀ ਸਾਡੇ ਅੰਦਰ ਆ ਸਾਨੂੰ ਉਹੀ ਜਿਹੀ ਸੰਸਾਰ ਦਿਸੂਗਾ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਹੈ ਨਾ। ਆ 84 ਤੋਂ ਪਹਿਲਾਂ ਇੱਕ ਬੰਦਾ ਮੇਰਾ ਕਾਫੀ ਨੇੜੇ ਦਾ, ਉਹ ਜੀ ਤਾਂ ਪਹਿਲੇ ਹੀ ਸ਼ਹੀਦ ਸ਼ੂਦ ਹੋ ਗਏ ਲੋਕ। ਹੁਣ ਕੋਈ ਸ਼ਹੀਦ ਨਹੀਂ ਹੁੰਦਾ, ਹੁਣ ਸਿੱਖਾਂ 'ਚ ਇਹੋ ਜਿਹੀ ਕੋਈ ਤਾਕਤ ਨਹੀਂ। ਜਦੋਂ ਹੋਇਆ 84, ਲੋਕਾਂ ਨੇ ਮਤਲਬ ਸਾਹਮਣੇ ਛਾਤੀਆਂ ਡਾਹ ਡਾਹ ਕੇ ਗੋਲੀਆਂ ਖਾਧੀਆਂ, ਇੱਧਰ ਉੱਧਰ ਨਹੀਂ ਹੱਲੇ, ਹਰਮੰਦਰ ਸਾਹਿਬ ਦੀ ਸ਼ਾਨ ਵਾਸਤੇ ਕੁਰਬਾਨ ਹੋ ਗਏ। ਇਹਨੂੰ ਪਤਾ ਲੱਗਿਆ ਕਹਿੰਦਾ ਯਾਰ ਹੈ ਮਨ ਤਾਂ ਐਸੀ ਵੀ ਖਤਮ ਹੋ ਗਿਆ ਕੰਮ। ਇੰਨੇ ਦਲੇਰ। ਇੱਕ ਕੋਈ ਉਹ ਭਈਆ ਸੀ, ਮੈਨੂੰ ਲੱਗਦਾ ਸੰਤਾਂ ਦੀ ਸੰਗਤ 'ਚ ਆਇਆ, ਉੜੀਸਾ ਦਾ ਸੀ ਸ਼ਾਇਦ, ਉੜੀਸਾ ਦਾ ਸੀ ਨਹੀਂ, ਉਹ ਕਿਤੋਂ ਹੋਰ ਸੀ। ਉਹਨੇ ਅੰਮ੍ਰਿਤ ਛਕਿਆ, ਉਹਦੇ 2 ਕੁੜੀਆਂ ਸੀ। ਇੱਕ ਦਾ ਨਾਮ ਉਹਨੇ ਸਤਨਾਮ ਕੌਰ ਰੱਖਿਆ, ਦੂਜੀ ਦਾ ਨਾਮ ਵਾਹਿਗੁਰੂ ਕੌਰ ਰੱਖਿਆ। ਘਰ ਵਾਲੀ ਦਾ ਵੀ ਕੋਈ ਹਜੇ ਨਾਮ ਸੀ। ਜਦੋਂ ਉਹ ਟੈਂਕ ਅੰਦਰ ਲੱਗੇ ਨਾ ਮਤਲਬ ਇੰਟਰ ਹੋਣ, ਯਕੀਨ ਮੰਨੋ ਉਹਨੇ ਟੈਂਕ ਉੱਥੇ ਬਾਬਾ ਦੀਪ ਸਿੰਘ ਦਾ ਜਿੱਥੇ ਉਹ ਬੁੰਗਾ ਬਣਿਆ ਹੋਇਆ ਉੱਥੇ ਖੜਾ ਸੀ। ਉਹ ਪਹਿਲਾਂ ਉਹਨੇ ਸਤਨਾਮ ਕੌਰ ਦੇ ਨਾਲ ਬੰਬ ਬੰਨ੍ਹ ਕੇ ਉਹ ਟੈਂਕ ਦੇ ਵਿੱਚ ਸਿੱਟੇ, ਉਹ ਉਡਾਇਆ। ਦੂਜਾ ਟੈਂਕ ਆਇਆ, ਫਿਰ ਉਹ ਵਾਹਿਗੁਰੂ ਕੌਰ ਦੇ ਚੜਾਇਆ, ਫਿਰ ਤੀਜਾ ਉਹਦੇ ਘਰ ਵਾਲੀ ਤੇ ਉਡਾਇਆ, ਚੌਥਾ ਆਇਆ, ਚੌਥੇ ਆਪ ਛਾਲ ਮਾਰੀ। ਸਾਧ ਸੰਗਤ ਜੀ, ਸ਼ਹਾਦਤ ਹਮੇਸ਼ਾ ਇਬਾਦਤ ਨਾਲ ਆਉਂਦੀ ਹੈ। ਜਿਹੜਾ ਬੰਦਾ ਭਗਤੀ ਕਰਦਾ ਉਹੀ ਸ਼ਹਾਦਤ ਦੇ ਸਕਦਾ। ਜਿਹੜਾ ਮੇਰੇ ਵਰਗਾ ਦਾਰੂਆਂ ਪੀਣਾ, ਰਿਸ਼ਵਤਾਂ ਖਾਣਾ, ਮਤਲਬ ਹੋਰ ਕਰਨਾ, ਉਹ ਸ਼ਹਾਦਤ ਨਹੀਂ ਦੇ ਸਕਦਾ। ਹਾਂ, ਵਾਹਿਗੁਰੂ ਦੀ ਸਪੈਸ਼ਲ ਕਿਰਪਾ ਹੋ ਜਾਓ, ਗੱਲ ਵੱਖਰੀ ਹੈ, ਉਹ ਤਾਂ ਕਿਸੇ ਤੋਂ ਵੀ ਫਿਰ ਸੇਵਾ ਲੈ ਸਕਦਾ। ਪਰ ਜਿਹੜੀ ਸ਼ਹਾਦਤ ਦਾ ਝੰਡਾ ਝੂਲਦਾ ਨਾ, ਉਹਦੇ ਹੇਠਾਂ ਇਬਾਦਤ ਦਾ ਬਹੁਤ ਜ਼ਿਆਦਾ ਡੂੰਘਾ ਲੰਬਾ ਚੌੜਾ ਥੜਾ ਹੁੰਦਾ, ਉਹਦੇ ਉੱਤੇ ਸ਼ਹਾਦਤ ਦਾ ਝੰਡਾ ਝੂਲਦਾ। ਗਰੀਬ ਨਵਾਜ਼ ਆਪਾਂ ਨਾ ਜੇ ਆਪਣੀ ਦ੍ਰਿਸ਼ਟੀ ਹੋ ਜੇ ਇਹੋ ਜੀ, ਜਿਵੇਂ ਗੁਰੂ ਰਾਮਦਾਸ ਮਹਾਰਾਜ ਦੀ ਦ੍ਰਿਸ਼ਟੀ ਹੋਈ ਸੀ, ਉਹਨਾਂ ਨੇ ਕਿਹਾ ਧਰਤ ਅਤਾਲ ਆਕਾਸ਼ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਮੈਂ ਰਾਮ। ਇਹ ਉਹਨਾਂ ਦੀ ਵਿਰਤੀ ਹੈ, ਕਿਉਂਕਿ ਉਹਨਾਂ ਦੇ ਅੰਦਰ ਪਤਾ ਲੱਗ ਗਿਆ ਆਹ ਵੀ ਜਪਦਾ, ਆਹ ਵੀ ਜਪਦਾ, ਆਹ ਵੀ ਜਪਦਾ, ਆਹ ਵੀ ਜਪਦਾ। ਅਸੀਂ ਆਪ ਨਹੀਂ ਜਪਦੇ, ਅਸੀਂ ਆਪ ਚੋਰ ਹਾਂ, ਸਾਨੂੰ ਸਾਰੇ ਚੋਰ ਨਜ਼ਰ ਆਈ ਜਾਂਦੇ ਨੇ। ਕਹਿੰਦੇ ਚੋਰ ਨੂੰ ਸਾਰੇ ਚੋਰ ਦਿੰਦੇ ਨੇ, ਸਾਧ ਨੂੰ ਸਾਰੇ ਸਾਧ ਦਿੰਦੇ ਨੇ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਤੈਨੂੰ ਅਨੇਕਾਂ ਹੀ ਜਪ ਰਹੇ ਨੇ, ਅਨੇਕਾਂ ਹੀ ਤੇਰੀ ਪੂਜਾ ਕਰ ਰਹੇ ਨੇ, ਅਨੇਕਾਂ ਹੀ ਤੇਰੇ ਵਾਸਤੇ ਸਰੀਰ ਨੂੰ ਕਸ਼ਟ ਦੇ ਰਹੇ ਨੇ। ਤੇਰੇ ਅਨੇਕ ਪੜ੍ਹੈ ਬਹੁਤ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਹੈ ਪ੍ਰਮਾਤਮਾ, ਤੇਰੇ ਅਨੇਕਾਂ ਹੀ ਬੰਦੇ ਧਾਰਮਿਕ ਪੁਸਤਕਾਂ ਪੜ੍ਹ ਰਹੇ ਨੇ, ਸ਼ਾਸਤਰ ਸਿਮਰਤੀਆਂ ਭਾਵ ਧਾਰਮਿਕ ਪੁਸਤਕਾਂ ਪੜ੍ਹ ਰਹੇ ਨੇ, ਤੇਰਾ ਸਿਫਤ ਸਲਾਹ ਪੜ੍ਹ ਰਹੇ ਨੇ, ਤੇਰੇ ਗੁਣ ਪੜ੍ਹ ਰਹੇ ਨੇ। ਕਰ ਕਿਰਿਆ, ਉਹ ਫਿਰ ਜਿਹੜੀ ਹੈ ਧਾਰਮਿਕ ਕਿਰਿਆ ਕਰ ਰਹੇ ਨੇ, ਹੈ ਨਾ। ਖਟ ਕਰਮ, 6 ਕਰਮ ਹੁੰਦੇ ਨੇ ਪੰਡਤਾਂ ਦੇ, 6 ਕਰਮ ਹੁੰਦੇ ਨੇ ਜੋਗੀਆਂ ਦੇ। ਪੰਡਤਾਂ ਦੇ ਕਰਮ ਨੇ ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਦਾਨ ਦੇਣਾ, ਦਾਨ ਲੈਣਾ, ਯੱਗ ਕਰਨੇ, ਜੱਗ ਕਰਾਉਣੇ। ਜੋਗੀਆਂ ਦੇ 6 ਕਰਮ ਨੇ ਨੇਤੀ, ਧੋਤੀ, ਕਪਾ ਜਿਹੜਾ ਹੈ ਪ੍ਰਾਣਾਯਾਮ, ਯੋਗ ਆਸਣ, ਇਹਨਾਂ ਦੇ 6 ਕਰਮ ਇਹਨਾਂ ਦੇ ਨੇ। ਉਹ ਇੱਦਾਂ ਦੀ ਕਿਰਿਆ ਵੀ ਕਰਦੇ ਨੇ, ਕਹਿੰਦੇ 6 ਕਰਮ ਕਰਦੇ ਨੇ। ਬਹੁਤ ਸਾਰੇ ਪੁਸਤਕਾਂ, ਧਾਰਮਿਕ ਪੁਸਤਕਾਂ ਤੇਰੇ ਵਾਸਤੇ ਪੜ੍ਹਦੇ ਨੇ ਪਰਮਾਤਮਾ ਜੀ। ਪਰ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ। ਹੇ ਪਰਮਾਤਮਾ ਜੀ, ਅਸਲ ਦੇ ਵਿੱਚ ਉਹੀ ਭਗਤ ਨੇ, ਉਹੀ ਭਗਤ ਚੰਗੇ ਨੇ। ਹੇ ਨਾਨਕ ਜੀ, ਜੋ ਮੇਰੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਚਲੋ ਰਿਵਾਜ ਬਦਲ ਗਿਆ, ਆਪਣੇ ਕਿਸੇ ਦੇ 1 ਜਵਾਕ ਹੈ, ਕਿਸੇ ਦੇ 2 ਜਵਾਕ ਨੇ। ਆਪਣੇ ਮਾਂ-ਬਾਪ ਦੇ ਆਪਾਂ 4-4, 5-5, 6-6 ਜਵਾਕ ਹੁੰਦੇ ਸੀ। ਮਾਂ-ਬਾਪ ਵੱਧ ਤੋਂ ਵੱਧ ਉਹਨੂੰ ਪਿਆਰ ਕਰਦੇ ਹੁੰਦੇ ਸੀ ਜਿਹੜਾ ਧੀ ਪੁੱਤ ਮਾਂ-ਬਾਪ ਦੇ ਆਖੇ ਲੱਗਦਾ, ਮਾਂ-ਬਾਪ ਦੇ ਅਕੋਰਡਿੰਗ ਚੱਲਦਾ, ਹੈ ਨਾ। ਉਹਨੂੰ ਪਿਆਰ ਕਰਦੇ ਸੀ। ਆਮ ਕਰਕੇ ਮੈਂ ਮਾਮਾ ਨੂੰ ਕਹਿੰਦੇ ਦੇਖਿਆ, ਕਹਿੰਦੇ ਮੇਰਾ ਮੁੰਡਾ ਤਾਂ ਨਾ ਮੈਨੂੰ ਤਾਪ ਚੜ੍ਹ ਜੇ, ਕਦੇ ਪਾਣੀ ਨਹੀਂ ਦਿੰਦਾ। ਮੇਰੀ ਧੀ ਹੈ, ਮੈਨੂੰ ਪਾਣੀ ਲਿਆ ਕੇ ਦਿੰਦੀ ਹੈ, ਮੇਰੀਆਂ ਲੱਤਾਂ ਵੀ ਘੁੱਟਦੀ ਹੈ। ਕਈ ਮਾਮਾ ਕਹਿੰਦੀਆਂ ਨੇ ਮੇਰੀ ਧੀ ਤਾਂ ਕਹਿੰਦੀ ਸਾਰਾ ਦਿਨ ਟੀਵੀ ਮੂਹਰੇ ਬੈਠੀ ਰਹਿੰਦੀ ਆ, ਪਰ ਮੇਰਾ ਪੁੱਤ ਮੈਨੂੰ ਚਾਹ ਵੀ ਕਰਕੇ ਦੇ ਦਿੰਦਾ ਜਦੋਂ ਮੇਰਾ ਸਿਰ ਦੁਖਦਾ। ਕਈ ਵਾਰੀ ਘੁੱਟ ਦਿੰਦਾ, ਕਈ ਵਾਰੀ ਢਾਠੀ ਨਾਲ ਮੇਰਾ ਸਿਰ ਬੰਨ੍ਹ ਦਿੰਦਾ। ਹੁਣ ਚੰਗਾ ਕੌਣ ਲੱਗੂ ਫਿਰ?
ਚੰਗਾ ਤਾਂ ਉਹੀ ਲੱਗੂ ਜਿਹੜਾ ਮਾਂ-ਬਾਪ ਦੇ ਅਕੋਰਡਿੰਗ ਚੱਲੂਗਾ। ਕਲਾਸ ਦੇ ਵਿੱਚ ਸਟੂਡੈਂਟ ਹੁੰਦੇ ਨੇ 50 40 60, ਟੀਚਰ ਨੂੰ ਕੌਣ ਚੰਗਾ ਲੱਗੂ? ਜਿਹੜਾ ਟੀਚਰ ਦੇ ਆਖੇ ਲੱਗ ਕੇ ਹੋਮਵਰਕ ਕਰਕੇ ਲੈ ਕੇ ਆਊ, ਕਲਾਸ ਦੇ ਅਨੁਸ਼ਾਸਨ ਨੂੰ ਚੰਗੀ ਤਰ੍ਹਾਂ ਧਾਰਨ ਕਰੂਗਾ, ਪਾਲੂਗਾ ਅਨੁਸ਼ਾਸਨ ਨੂੰ। ਜਿਹੜਾ ਹੁਣ ਕਲਾਸ 'ਚ ਬੈਠਾ ਰੌਲਾ ਪਾਈ ਜਾਂਦਾ, ਕਲਾ ਪੜ੍ਹਦਾ ਹੀ ਨਹੀਂ ਹੈਗਾ, ਨਾ ਦੂਜਿਆਂ ਨੂੰ ਪੜ੍ਹ ਦਿੰਦਾ, ਹੁਣ ਟੀਚਰ ਫਿਰ ਉਹਨੂੰ ਕੋਈ ਸ਼ਾਬਾਸ਼ੇ ਥੋੜ੍ਹਾ ਦਊਗਾ, ਉਹ ਤਾਂ ਫਿਰ ਕੁੱਟੂਗਾ ਹੀ ਉਹਨੂੰ। ਬਿਲਕੁਲ ਸੇਮ ਗੱਲ ਪਰਮਾਤਮਾ ਦੀ ਹੈ, ਇਹੀ ਗੱਲ ਗੁਰੂ ਦੀ ਹੈ। ਮਹਾਰਾਜ ਕਹਿੰਦੇ ਦੇਖੋ, ਕਹਿੰਦੇ ਸਾਰੇ ਸਿੱਖ ਆਉਂਦੇ ਨੇ, ਸਾਰੇ ਉੱਤਮ ਬਾਣੀ ਵੀ ਪੜ੍ਹਦੇ ਨੇ, ਪਰ ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਿਨਕਾ ਥਾਏ ਪਾਵੈ ਹਰ। ਕੌਣ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ, ਉਹਨਾਂ ਦਾ ਥਾਂ ਪਾਉਂਦਾ। ਜਿਹੜਾ ਹੁਣ ਮੇਰੇ ਵਰਗੇ ਗੇੜੇ ਮਾਰੀ ਜਾਂਦੇ ਨੇ, ਸਾਰੀ ਉਮਰੇ ਗੇੜੇ ਮਾਰਦਿਆਂ ਦੀ ਟੱਪ ਜਾਂਦੀ ਹੈ, ਸਾਧ ਸੰਗਤ ਜੀ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਪੈਂਦਾ ਹੈਗਾ। ਹੁਣ ਸਤਿਗੁਰੂ ਕਹਿੰਦੇ ਇਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੇ ਨਾਨਕ, ਅਸਲ ਦੇ ਵਿੱਚ ਉਹੀ ਭਗਤ ਚੰਗੇ ਨੇ, ਉਹੀ ਭਗਤ ਭਲੇ ਨੇ ਜਿਹੜੇ ਮੇਰੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਹੁਣ ਪਰਮਾਤਮਾ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੂੰ ਜੇਵੜ ਅਵਰਨਾ ਕੋਈ। ਹੇ ਪਰਮਾਤਮਾ, ਆਦਿ ਪੁਰਖ ਮੈਨੇ ਮੁੱਢਲਾ ਪੁਰਖ, ਸਭ ਤੋਂ ਪਹਿਲਾ ਪੁਰਖ ਤੂੰ ਹੈ, ਸਭ ਤੋਂ ਪਹਿਲਾ ਤੂੰ ਹੈ। ਤੂੰ ਅਪਰੰਪਰ ਹੈ, ਪਰੇ ਤੋਂ ਪਰੇ ਹੈ, ਤੂੰ ਕਰਤਾ ਹੈ, ਤੂੰ ਸਾਰੇ ਕੁਛ ਨੂੰ ਕਰਨ ਵਾਲਾ ਹੈ, ਤੂੰ ਸਾਰਿਆਂ ਕਾਸੇ ਦਾ ਮੈਨੂਫੈਕਚਰ ਹੈ। ਸਾਧ ਸੰਗਤ ਜੀ ਜਿਹੜਾ ਸਾਨੂੰ ਦਿਸਦਾ ਸੰਸਾਰ ਹੈ, ਇਹਦਾ ਤਾਂ ਉਹ ਬਣਾਉਣ ਵਾਲਾ ਹੈਗਾ ਹੀ ਹੈਗਾ, ਉਹਦਾ ਕਰਤਾ ਤਾਂ ਹੈਗਾ ਹੀ ਹੈਗਾ। ਇੱਥੋਂ ਤੱਕ ਜਿਹੜੀ ਸਾਡੇ ਅੰਦਰ ਸੋਚ ਚੱਲ ਰਹੀ ਹੈ, ਸਾਡੇ ਅੰਦਰ ਭਾਵਨਾਵਾਂ ਚੱਲ ਰਹੀਆਂ ਨੇ, ਸਾਡੇ ਅੰਦਰ ਵਾਸ਼ਨਾਵਾਂ ਚੱਲ ਰਹੀਆਂ ਨੇ, ਇਹਨਾਂ ਦਾ ਕਰਤਾ ਵੀ ਉਹ ਖੁਦ ਆਪ ਹੈ। ਸਾਰੀਆਂ ਚੀਜ਼ਾਂ ਦੇ ਵਿੱਚ ਉਸ ਦਾ ਬਲ ਵਰਤ ਰਿਹਾ। ਕਾਮ ਦੇ ਵਿੱਚ ਉਹਦਾ ਬਲ ਹੈ, ਤੈਨੂੰ ਬੜੇ ਬੜੇ ਸੰਤਾਂ ਨੂੰ ਮੁੱਦੇ ਮੂੰਹ ਛੱਡ ਦਿੰਦਾ, ਬੜੇ ਬੜੇ ਜੋਗੀਆਂ ਨੂੰ ਪੁੱਠੇ ਸੁੱਟ ਦਿੰਦਾ। ਕ੍ਰੋਧ ਦੇ ਵਿੱਚ ਉਹਦਾ ਬਲ ਵਰਤ ਰਿਹਾ, ਤਾਂ ਹੀ ਫਿਰ 1.25 ਲੱਖ ਨਾਲ ਬੰਦਾ ਲੜ ਦਿੰਦਾ, ਤਾਂ ਹੀ ਫਿਰ ਕਈ ਵਾਰੀ ਬੰਦਾ ਆਪਣੇ ਪਰਿਵਾਰ ਨੂੰ ਭੁੰਨ ਕੇ ਰੱਖ ਦਿੰਦਾ, ਉਹਦਾ ਬਲ ਵਰਤ ਰਿਹਾ। ਲੋਭ ਦੇ ਵਿੱਚ ਉਹਦਾ ਬਲ ਹੈ, ਨਹੀਂ ਤਾਂ ਲੋਭ ਚੋਂ ਹਰੇਕ ਬੰਦਾ ਨਿਕਲ ਜੇ, ਪਰ ਨਹੀਂ ਨਿਕਲ ਸਕਦਾ। ਮੋਹ ਚੋਂ, ਇਹਨਾਂ ਸਾਰੀਆਂ ਚੀਜ਼ਾਂ 'ਚ ਵੀ ਉਹਦਾ ਬਲ ਵਰਤ ਰਿਹਾ। ਇਹਨਾਂ ਚੀਜ਼ਾਂ ਨੂੰ ਵੀ ਬਣਾਉਣ ਵਾਲਾ ਉਹ ਖੁਦ ਆਪ ਹੈ। ਤੇ ਜਿਹੜਾ ਸਾਨੂੰ ਇਹ ਦਿਸ ਰਿਹਾ ਆਕਾਰ ਜਾਂ ਨਹੀਂ ਦਿਸਦਾ, ਉਹਨਾਂ ਦਾ ਵੀ ਬਣਾਉਣ ਵਾਲਾ ਉਹ ਖੁਦ ਆਪ ਹੈ। ਹੇ ਪਰਮਾਤਮਾ ਜੀ, ਤੁਸੀਂ ਮੁੱਢਲੇ ਪੁਰਖ ਹੋ, ਆਦਿ ਪੁਰਖ ਹੋ, ਤੁਸੀਂ ਪਰੇ ਤੋਂ ਪਰੇ ਹੋ, ਤੁਸੀਂ ਸਾਰੇ ਕੁਛ ਦੇ ਕਰਨ ਵਾਲੇ ਹੋ। ਤੁਧ ਜੇਵੜ ਅਵਰਨਾ ਕੋਈ, ਤੇਰੇ ਜਿੱਡਾ ਹੋਰ ਕੋਈ ਹੈ ਹੀ ਨਹੀਂ, ਨਾ ਗੁਣਾ ਕਰਕੇ, ਨਾ ਕੱਦ ਕਰਕੇ, ਨਾ ਤੇਰੇ ਕਿਸੇ ਰੂਪ ਰੰਗ ਕਰਕੇ, ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਤੇਰੇ ਵਰਗਾ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਵੀ ਧੀਂਗ ਤੋਂ ਧੀਂਗ ਦੁਨੀਆ ਪਈ ਹੈ। ਇੱਕ ਪਹਿਲਵਾਨ ਉਹ ਤੋਂ ਦੂਜਾ ਤਕੜਾ ਹੋ ਜਾਂਦਾ, ਦੂਜਾ ਤਕੜਾ ਦੂਜੇ ਤੋਂ ਤੀਜਾ ਤਕੜਾ ਹੋ ਜਾਂਦਾ। ਦਿਮਾਗ ਦੇ ਤੌਰ ਤੇ ਵੀ ਆਪਾਂ ਦੇਖਦੇ, ਇੱਕ ਬੰਦਾ ਬੜਾ ਸਿਆਣਾ, ਦੂਸਰਾ ਉਹ ਤੋਂ ਵੀ ਕਈ ਵਾਰੀ ਬਹੁਤ ਜ਼ਿਆਦਾ ਸਿਆਣਾ ਹੁੰਦਾ, ਤੀਜਾ ਕਈ ਵਾਰੀ ਉਹਦਾ ਵੀ ਬਾਪ ਨਿਕਲ ਆਉਂਦਾ, ਉਹ ਉਦੋਂ ਵੱਧ ਸਿਆਣਾ ਹੁੰਦਾ। ਪਰ ਪਰਮਾਤਮਾ ਵਰਗਾ ਕੋਈ ਵੀ ਨਹੀਂ ਸਾਧ ਸੰਗਤ ਜੀ, ਉਹਦੇ ਵਰਗਾ ਕੋਈ ਵੀ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਹੇ ਪਰਮਾਤਮਾ, ਤੂੰ ਜੁਗਾਂ ਜੁਗਾਂ ਤੋਂ ਇੱਕੋ ਹੀ ਹੈ। ਅਸੀਂ ਤਾਂ ਆਹ 50-60 ਸਾਲ ਦੀ ਉਮਰ 'ਚ ਬਚਪਨ ਵੀ ਭੋਗ ਲਿਆ, ਜਵਾਨੀ ਵੀ ਭੋਗ ਲਈ, ਬੁਢਾਪਾ ਵੀ ਭੋਗ ਲਿਆ, ਅਸੀਂ ਤਾਂ ਸਾਰਾ ਕੁਝ ਭੋਗ ਲਿਆ। ਕਿਸੇ ਵੇਲੇ ਅਸੀਂ ਧੀ ਪੁੱਤ ਸੀ, ਕਿਸੇ ਵੇਲੇ ਅਸੀਂ ਭੈਣ ਭਾਈ ਬਣ ਗਏ, ਕਿਸੇ ਵੇਲੇ ਮਾਂ ਬਾਪ ਬਣ ਗਏ, ਕਿਸੇ ਵੇਲੇ ਅਸੀਂ ਦਾਦੇ ਦਾਦੀਆਂ ਨਾਨੇ ਨਾਨੀਆਂ ਵੀ ਬਣ ਗਏ। ਕਿਸੇ ਵੇਲੇ ਸਾਨੂੰ ਹਰੇਕ ਗਲੀ 'ਚ ਨਾ ਛੀ ਕਰਕੇ ਲੰਘਦਾ ਸੀ, ਹਰੇਕ ਸਾਨੂੰ ਪਿਆਰ ਨਾਲ ਬੁਲਾਉਂਦਾ ਸੀ। ਕਿਸੇ ਵੇਲੇ ਫਿਰ ਉਹ ਵੀ ਅਵਸਥਾ ਆ ਜਾਂਦੀ ਹੈ, ਆ ਬਾਬਾ ਆ ਗਿਆ ਸਿਰ ਖਾਊਗਾ, ਪਰਾਂ ਦੀ ਲੰਘ ਜਾਓ, ਦੂਜੀ ਗਲੀ ਲੰਘ ਜਾਓ, ਉਹ ਵੀ ਅਵਸਥਾ। ਅਸੀਂ ਜੁਗ ਜੁਗ ਇੱਕੋ ਨਹੀਂ ਰਹੇ ਨਾ। ਅੱਜ ਤਾਂ ਸਮੇਂ ਦੇ ਪ੍ਰਭਾਵ ਨਾਲ ਸਾਡਾ ਮਾਣ, ਸਾਡਾ ਸਤਿਕਾਰ ਵੀ ਬਦਲਦਾ ਰਿਹਾ, ਸਾਡੇ ਦਿਮਾਗ ਦੀ ਸੋਚ ਵੀ ਬਦਲਦੀ ਰਹੀ ਹੈ, ਸਾਡੇ ਸਰੀਰ ਦੀ ਅਵਸਥਾ ਵੀ ਬਦਲਦੀ ਰਹੀ ਹੈ, ਸਾਡਾ ਖਾਣ ਪੀਣ ਵੀ ਬਦਲਦਾ ਰਿਹਾ, ਹਰੇਕ ਸਮੇਂ ਦੇ ਪ੍ਰਭਾਵ ਵਿੱਚ। ਯੁੱਗ ਦਾ ਮਿਦਲ, ਸਮੇਂ ਦੀ ਇੱਕ ਯੂਨਿਟ, ਸਮੇਂ ਦੀ ਇੱਕ ਇਕਾਈ, ਸਮੇਂ ਦੀ ਸਭ ਤੋਂ ਵੱਡੀ ਇਕਾਈ ਨੂੰ ਆਪਾਂ ਯੁੱਗ ਕਹਿੰਦੇ ਹਾਂ। ਇਸ ਤੋਂ ਵੱਡਾ ਇੱਕ ਕਲਪ ਵੀ ਹੁੰਦਾ, ਉਹ 4 ਯੁੱਗਾਂ ਦਾ ਹੁੰਦਾ। ਸਮੇਂ ਦੀ ਸਭ ਤੋਂ ਛੋਟੀ ਇਕਾਈ ਕੀ ਹੈ? ਸੈਕਿੰਡ। ਸਮੇਂ ਦੀ ਵੱਡੀ ਇਕਾਈ ਕੀ ਹੈ? ਯੁੱਗ। ਯੁੱਗ ਕਹਿੰਦੇ ਕਿਹਨੂੰ ਨੇ? ਜਦੋਂ ਬਹੁਤ ਸਾਰੇ ਮਨੁੱਖਾਂ ਦੀ ਸੋਚ ਬਦਲ ਜੇ, ਉਸ ਨੂੰ ਕੀ ਕਹਿੰਦੇ ਨੇ? ਯੁੱਗ ਬਦਲ ਗਿਆ। ਸਾਧ ਸੰਗਤ ਜੀ, ਇੱਕ ਗੱਲ ਬੇਨਤੀ ਹੋਰ ਹੈ, ਇਹ ਜਿਹੜਾ ਯੁੱਗ ਹੈ ਨਾ, ਇਹ ਮਨੁੱਖਾਂ ਦੀ ਦੁਨੀਆ 'ਚ ਹੀ ਬਦਲਦਾ। ਪਸ਼ੂਆਂ ਦੀ ਦੁਨੀਆ ਦੇ ਵਿੱਚ ਯੁੱਗ ਨਹੀਂ ਬਦਲਦਾ। ਬਾਂਦਰ ਸਤਯੁਗ ਦੇ ਵਿੱਚ ਵੀ ਨੱਚਦਾ ਟੱਪਦਾ ਸੀ, ਹੁਣ ਵੀ ਨੱਚਦਾ ਟੱਪਦਾ। ਸਤਯੁਗ ਦੇ ਵਿੱਚ ਵੀ ਗਊ ਘਾਸ ਖਾਂਦੀ ਸੀ, ਅੱਜ ਵੀ ਗਊ ਘਾਹ ਖਾ ਰਹੀ ਹੈ।
ਸਤਯੁਗ ਦੇ ਵਿੱਚ ਵੀ ਸ਼ੇਰ ਮਾਸ ਖਾਂਦਾ ਸੀ, ਅੱਜ ਵੀ ਸ਼ੇਰ ਮਾਸ ਖਾ ਰਿਹਾ ਕਲਯੁਗ ਦੇ ਵਿੱਚ। ਪੰਛੀ ਸਤਯੁਗ ਦੇ ਵਿੱਚ ਵੀ ਉੜਦੇ ਸੀ, ਹੁਣ ਵੀ ਉੜਦੇ ਨੇ। ਉਹ ਮਨੁੱਖਾਂ ਦੀ ਯੁੱਗ ਦੇਖੋ, ਸਤਯੁਗ ਨੂੰ ਤਾਂ ਛੱਡੋ, ਮੇਰੀ 60 ਸਾਲ ਦੀ ਉਮਰ ਹੋਣ ਵਾਲੀ ਹੈ। ਇਹ 60 ਸਾਲ ਦੀ ਉਮਰ ਦੇ ਵਿੱਚ ਮੈਂ ਇੰਨੀ ਕੁ ਤਬਦੀਲੀ ਦੇਖੀ ਆ ਵੀ ਮੈਂ ਕਹਿੰਦਾ ਵੀ ਹੈਰਾਨ ਹੋ ਗਿਆ। ਸਾਨੂੰ ਅਸੀਂ ਨਾ ਟੀਵੀ ਦੀ ਵੀ ਕਲਪਨਾ ਨਹੀਂ ਵੀ ਟੀਵੀ ਹੁੰਦਾ ਕਿਹਾ ਜਾ ਯਾਰ, ਉਹ ਕਿਵੇਂ ਚੱਲਦਾ ਹੈ, ਉਹਦੀ ਕੀ ਥਿਉਰੀ ਹੈ, ਕਿਹੜਾ ਉਹਦਾ ਮਤਲਬ ਸਿਧਾਂਤ ਹੈ, ਕਿਹੜੇ ਸਿਧਾਂਤ ਨਾਲ ਚੱਲਦਾ। ਹੁਣ ਦੇਖੋ ਮੋਬਾਈਲ 'ਚ ਹੀ ਸਾਰਾ ਕੁਛ ਹੈ, ਕਮਾਲ ਦੀ ਗੱਲ ਹੋ ਗਈ। ਇੱਥੇ ਬੈਠੇ ਕੈਨੇਡਾ ਅਮਰੀਕਾ ਗੱਲਾਂ ਹੋ ਰਹੀਆਂ ਨੇ। ਅੱਛਾ ਕੱਲੀਆਂ ਗੱਲਾਂ ਨਹੀਂ ਹੋ ਰਹੀਆਂ, ਸਾਹਮਣੇ ਬੈਠੇ ਬੰਦਾ ਅਮਰੀਕਾ ਕੈਨੇਡਾ ਬੈਠਾ, ਉਹ ਸਾਹਮਣੇ ਗੱਲਾਂ ਹੋ ਰਹੀਆਂ ਨੇ, ਕਿਹੜੇ ਉਹਨੇ ਕੱਪੜੇ ਪਾਏ ਨੇ, ਕੀ ਉਹਨੇ ਕੀਤਾ ਹੋਇਆ, ਸਾਰਾ ਕੁਛ। ਇੰਨੀ ਤਬਦੀਲੀ। ਅੱਛਾ ਮਨੁੱਖਾਂ ਦੀ ਸੋਚ ਦੇ ਵਿੱਚ ਕਿੰਨੀ ਤਬਦੀਲੀ। ਕਿਸੇ ਵੇਲੇ ਇਹ ਸੋਚ ਹੁੰਦੀ ਸੀ ਬਈ ਇੱਕ ਭਰਾ ਦਾ, ਦੋ ਭਰਾ ਸੀ, ਇੱਕ ਭਰਾ ਹੈਗਾ ਸੀ ਨੰਬਰਦਾਰ, ਬਹੁਤ ਵਧੀਆ ਮਤਲਬ ਉਹਦਾ ਕਾਰੋਬਾਰ ਸੀ, ਦੂਜਾ ਭਰਾ ਸਾਦਾ ਸੀ, ਗਰੀਬ ਸੀ। ਹੁਣ ਦੋਨਾਂ ਦੀ ਕਣਕ ਹੋਈ। ਹੁਣ ਛੋਟੇ ਭਰਾ ਨੇ ਤਾਂ ਸੋਚਿਆ ਮੇਰਾ ਭਰਾ ਨੰਬਰਦਾਰ ਹੈ ਯਾਰ, ਇਹਦੇ ਸਰਕਾਰੀ ਬੰਦੇ ਆਉਂਦੇ ਨੇ, ਕਿੰਨਾ ਆਉਣਾ ਜਾਣਾ ਰਹਿੰਦਾ ਹੈ, ਵੀ ਮੈਂ ਨਾ ਥੋੜ੍ਹੀ ਬਹੁਤੀ ਕਣਕ ਇਹਨੂੰ ਪਾ ਦਿਆਂ। ਉਹਨੇ ਆਪਣੇ ਢੇਰ 'ਚੋਂ ਕਣਕ ਚੱਕ ਕੇ ਉਹਦੇ ਢੇਰ 'ਚ ਪਾਤੀ। ਠੀਕ ਹੈ। ਹੁਣ ਜਿਹੜਾ ਨੰਬਰਦਾਰ ਸੀ ਉਹ ਸੋਚਦਾ ਯਾਰ ਵੀ ਆਪਣੀ ਤਾਂ ਤਨਖਾਹ ਵੀ ਆਉਂਦੀ ਹੈ, ਸਰਕਾਰ ਆਪਾਂ ਨੂੰ ਮਤਲਬ ਉਹਨੇ ਬਹੁਤ ਕੁਛ ਦੇ ਦਿੰਦੀ ਹੈ ਸਰਕਾਰ, ਇਹ ਮੇਰਾ ਭਰਾ ਗਰੀਬ ਹੈ, ਇਹਦੇ ਧੀਆਂ ਨੇ, ਧੀ ਦਾ ਇਹਨੇ ਵਿਆਹ ਕਰਨਾ ਵੀ ਇਹਨੇ ਲੈਣਾ ਨਹੀਂ, ਵੀ ਮੈਂ ਇਹ ਕਰਾਂ। ਉਹਨੇ ਚੱਕ ਕੇ ਕਣਕ ਉਹ ਭਰਾ ਦੇ ਢੇਰ 'ਚ ਪਾਤੀ। ਇਹ ਵੀ ਜ਼ਮਾਨਾ ਸੀ। ਹੁਣ ਜ਼ਮਾਨਾ ਕੀ ਹੈ, ਆਹ ਮੇਰੇ ਭਰਾ ਦੀ ਜੇਬ 'ਚ ਨਾ 50 ਦਾ ਨੋਟ ਦਿੰਦਾ ਯਾਰ, ਇਹ ਤਾਂ ਸਮੋਸੇ ਖਾਈਏ, ਆਪਦਾ ਬਟੂਆ ਲੁਕੋ ਕੇ ਰੱਖਣਾ ਤੇ ਭਰਾ ਨੂੰ ਵੀ ਹਾਂ ਇਹਦੇ ਵਾਲਾ ਕਢਵਾਈਏ। ਫਿਰ ਜੇ ਕੋਈ ਚੀਜ਼ ਲੈਣੀ ਉਹ ਲੈ ਯਾਰ, ਪਤਾ ਭਾਈਆਂ ਯਾਰ ਤੂੰ ਇੰਨੀ ਕੁ ਲਿਹਾਜ਼ ਨਹੀਂ ਰੱਖਦਾ। ਇਹ ਨਹੀਂ ਕਹਿੰਦੇ ਵੀ ਤੂੰ ਮੇਰਾ ਭਾਈ ਯਾਰ ਮੈਂ ਤੈਨੂੰ ਵੱਧ ਦਿੰਦਾ ਨਾ, ਉਹ ਤੋਂ ਮਤਲਬ ਫਾਇਦਾ ਉਠਾਉਣਾ। ਕਿੰਨਾ ਜ਼ਮਾਨਾ ਬਦਲ ਗਿਆ। ਇਹਨੂੰ ਕਹਿੰਦੇ ਯੁੱਗ ਬਦਲ ਗਿਆ, ਸੋਚ ਬਦਲ ਗਈ, ਯੁੱਗ ਬਦਲ ਗਿਆ। ਇਹਨੂੰ ਕਹਿੰਦੇ ਸੋਚ ਬਦਲ ਗਈ, ਯੁੱਗ ਬਦਲ। ਪਰ ਜਿਹੜਾ ਪਰਮਾਤਮਾ, ਨਾ ਪਰਮਾਤਮਾ ਦੀ ਸੋਚ ਬਦਲਦੀ ਹੈ, ਨਾ ਉਹਦਾ ਜਿਹੜਾ ਹੈ ਕੋਈ ਹੋਰ ਤੌਰ ਤਰੀਕਾ ਬਦਲਦਾ ਹੈ। हे परमात्मा तू जुगां तो इक्को ही है, तू सदा है, हमेशा है। सदा का मीनज एवरी टाइम, तू हर वेले है, तू जुगां तो इक्को ही है, एक रस व्यापक है। तू निश्चल करता सोई, तू अडोल है, तू अविनाशी है, तू सारा कुछ करने वाला है। वही परमात्मा तू जिहड़ा सारा कुछ करने वाला है। तो आपे भावै सोई वरतै जी, तू आपे करै सो होई। हे परमात्मा जो तैनू चंगा लगता है संसार दे विच उही वरत रहा। आपां तां हुण कहना भी इन्नी गर्मी पैण लग गई यार, जिहड़ा है भी अपना यूक्रेन ते इन्ने बंब सिट रहा। नहीं साध संगी, सब कुछ उहदी रजा च हो रहा, सारा कुछ उहदी रजा च हो रहा। जे आपां ना एक मतलब जिन्हों कहने आपां डीप एनालिसिस करिए, ये सारे लोग रब तो मुनकर ने, ये कामरेड देश ने, एंटी गॉड ने। हो सकता है परमात्मा ने उन्होंने मुनकर होर दी ये सज़ा दी हो, ये तो दाता जानता हूँ वो की हो है। पर जो कुछ हो रहा, बरतारा हो रहा है, वो रजा च हो रहा, सब ठीक हो रहा, सब वधिया हो रहा, चंगा हो रहा। आपां माड़ा नहीं कहना, खास करके जिहड़े गुर सिखां अध्यात्मक मार्ग के पांधियां, साडे नाल कुछ भी हो जाए। एक बारी ना एक राजा सी, एक उहदा वजीर सी, उहदा वजीर अध्यात्मी सी, वधिया सोहनी उच्ची आत्मक अवस्था सी। ਉਹਦਾ एक मतलब ये तकिया कलाम सी, जो कुछ होंदा सी ਉਹਨੇ कोई गल कहनी, जो परमात्मा करदा है चंगा करदा। एक बारी वो शिकार खेडण गए, वो राजा शिकार दे तलवार मार लगे ना, वो घोड़े की फड़ी हुई सी बाग, ਉਹਨੇ वो किते कर लग्या, ਉਹਦੀ ਉਂਗਲ ठा देने कट गई तलवार, वो चीची बढ़ गई ਉਹਦੀ। वो कहना वजीर कहना मेरी तो ਉਂਗਲ बढ़ गई, कहना जो रब करदा चंगा करदा, कहना है बेवकूफ, मेरी ਉਂਗਲ बढ़ गई, तू कहना जो रब करदा चंगा करदा। सिपाहियों को कहना इनू हुणे फड़ो, ਇਹਦਾ ਜਿਹੜਾ है मतलब ਇਹਦੀ वजारत वाली वर्दी जी ਇਹ लाओ, फड़ो इनू, बन लो, हथकड़ी ला लो, वो ला ली, ਇਹਨੂੰ जेल च सुट दो। ਜਦੋਂ हथकड़ी ला ली, वो कहना राजन जो परमात्मा करदा चंगा ही करदा। ये नहीं भी जे किसी के घर अग लग गई आपां कहिए जी चंगा हो गया, साडे घर लग गई, साडे क्यों लग गई, ये नहीं कहना। ये अवस्था तो फिर यह भी सारिਆਂ वास्ते। वो जो ਉਹਨੂੰ हथकड़ी लग गई, वो कहना जो रब करदा चंगा करदा। जो फड़ के ਉਹਨੂੰ जेल च सुटता, कहना राजन तुहाडा धन्नवाद, जो रब करदा चंगा करदा।
ਜਦੋਂ ਹੁਣ ਰਾਜੇ ਦਾ ਜ਼ਖਮ ਜਾਂ ਠੀਕ ਹੋ ਗਿਆ, ਉਂਗਲ ਵੜੀ ਹੋਈ ਸੀ, ਉਹਨੇ ਸੋਚਿਆ ਵੀ ਸ਼ਿਕਾਰ ਖੇਡ ਕੇ ਆਉਂਦੇ ਆ। ਸ਼ਿਕਾਰ ਖੇਡਣ ਗਿਆ, ਉਹ ਰਸਤਾ ਭੁੱਲ ਗਿਆ। ਰਸਤਾ ਭੁੱਲਿਆ, ਉਹਨੇ ਆਖਿਆ ਵੀ ਹੁਣ ਤਾਂ ਹਨੇਰਾ ਹੋ ਗਿਆ, ਵੀ ਹੁਣ ਤਾਂ ਕੁਛ ਵੀ ਨਹੀਂ ਦਿਸ ਰਿਹਾ। ਉਹਨੇ ਘੋੜਾ ਜਿਹਾ ਉੱਥੇ ਬੰਨਿਆ ਅਤੇ ਉੱਥੇ ਉਹ ਆਪਣਾ ਘੋੜੇ ਦੀ ਜੀਨ ਜੀ ਲਾਹੀ ਹੇਠਾਂ ਉਹ ਤੇ ਆਪਣਾ ਪੈ ਗਿਆ। ਕੀ ਦੇਖਦਾ, ਉੱਥੋਂ ਦੀ 4 ਚੋਰ ਲੰਘੇ। 4 ਚੋਰਾਂ ਨੇ ਸੁੱਖ ਸੁੱਖੀ, ਹੇ ਮਾਤਾ ਰਾਣੀ, ਹੇ ਦੇਵੀ, ਜੇ ਨਾ ਸਾਡੇ ਮਾਲ ਚੰਗਾ ਹੱਥ ਲੱਗ ਗਿਆ, ਅਸੀਂ ਤੈਨੂੰ ਇੱਕ ਬੰਦੇ ਦੀ ਬਲੀ ਦੇਵਾਂਗੇ। ਹਿੰਦੁਸਤਾਨ ਦੇ ਵਿੱਚ ਇਹ ਵੀ ਸੀ, ਗਊ ਦੀ ਬਲੀ ਦਿੱਤੀ ਜਾਂਦੀ ਸੀ, ਘੋੜੇ ਦੀ, ਹਾਥੀ ਦੀ, ਗੈਂਡੇ ਦੀ, ਬੰਦਿਆਂ ਦੀ, ਇਹ ਬਲੀਆਂ ਆਮ ਦਿੱਤੀਆਂ ਜਾਂਦੀਆਂ ਸੀ ਮੰਦਰਾਂ ਦੇ ਵਿੱਚ। ਅਸੀਂ ਤੈਨੂੰ ਬੰਦੇ ਦੀ ਬਲੀ ਦੇਵਾਂਗੇ, ਪੂਰੇ ਸੰਪੂਰਨ ਮਨੁੱਖ ਦੀ ਬਲੀ ਦੇਵਾਂਗੇ ਤੈਨੂੰ, ਜੇ ਸਾਡੇ ਮਾਲ ਹੱਥ ਲੱਗ ਗਿਆ। ਉਹ ਕੁਦਰਤੀ ਉਹਨਾਂ ਦੇ ਮਾਲ ਹੱਥ ਲੱਗ ਗਿਆ। ਉਹ ਹੁਣ ਸੋਚਦੇ ਯਾਰ, ਕਹਿੰਦੇ ਬਲੀ ਕਿਹਦੀ ਦੇਈਏ। ਇੱਕ ਕਹਿੰਦਾ ਨਾ, ਕਹਿੰਦਾ ਯਾਰ, ਕਹਿੰਦਾ ਉਹ ਜੰਗਲ 'ਚ ਨਹੀਂ ਪਿਆ ਸੀ ਇੱਕ, ਕਹਿੰਦੇ ਹਾਂ, ਕਹਿੰਦੇ ਬਸ ਚੱਕ ਕੇ ਢਾਹ ਲਓ, ਅੱਜੇ ਕੰਮ ਨਿਬੇੜੋ, ਕੱਲ੍ਹ ਨੂੰ ਦੇਵੀ ਨਾਲ ਆਧਾਰ ਰੱਖਣੀ ਹੈ, ਫੇਰ ਭੁੱਲ ਜਾਵਾਂਗੇ, ਸ਼ੁਭ ਕੰਮ ਨੂੰ ਦੇਰੀ ਕਾਹਦੀ। ਉਹਨਾਂ ਨੇ ਆ ਕੇ ਫੜ ਕੇ ਉਹ ਢਾਹ ਲਿਆ। ਉਹ ਕਹਿੰਦਾ ਮੈਂ ਰਾਜਾ, ਕਹਿੰਦਾ ਰਾਜਾ ਤਾਂ ਤੂੰ ਦਿਨੇ ਹੋਵੇਗਾ ਆਪਦੇ ਮਹਿਲਾਂ 'ਚ, ਸਾਡੇ ਸਾਹਮਣੇ ਰਾਜਾ ਥੋੜ੍ਹਾ ਤੂੰ। ਫੜ ਕੇ ਕਾਬੂ ਕਰ ਲਿਆ। ਕਾਬੂ ਕਰਕੇ ਉਹ ਨਦੀ ਜੀ ਵਗਦੀ ਸੀ, ਕਹਿੰਦੇ ਨਮਾ ਲਓ, ਵੀ ਹੁਣ ਬਲੀ ਦੇਣੀ ਹੈ, ਨਮਾ ਲਓ ਇਹਨੂੰ। ਫਿਰ ਉਹ ਨਮਾਉਣ ਲੱਗੇ। ਉਹ ਕਹਿੰਦੇ ਤਾਂ ਚੀਚੀ ਨਹੀਂ ਹੈਗੀ ਬਈ, ਆਪਾਂ ਤਾਂ ਸੰਪੂਰਨ ਮਨੁੱਖ ਦੀ ਬਲੀ ਸੋਚਿਆ ਸੀ, ਕਹਿੰਦੇ ਇਹਨੂੰ ਛੱਡੋ ਪਰਾਂ, ਇਹ ਤਾਂ ਅਧੂਰਾ, ਇਹ ਤਾਂ ਪੂਰਾ ਨਹੀਂ ਹੈਗਾ। ਉਹ ਛੱਡ, ਉਹਦੇ ਦਿਮਾਗ 'ਚ ਆਇਆ ਯਾਰ, ਰਾਜਾ ਕਹਿੰਦਾ ਸੀ, ਉਹ ਵਜ਼ੀਰ ਕਹਿੰਦਾ ਸੀ ਵੀ ਜੋ ਰੱਬ ਕਰਦਾ ਚੰਗਾ ਕਰਦਾ। ਮਿੱਤਰਾ, ਜੇ ਚੀਚੀ ਦਾ ਇਹ ਫੁੱਲ ਜਾ ਹੁੰਦਾ ਨਾ, ਅੱਜ ਇਹ ਗਾਲੇ ਵੱਢ ਜਾਣਾ ਸੀ। ਸ਼ੁਕਰ ਹੈ ਇਹ ਪਹਿਲਾਂ ਹੀ ਵੱਢ ਗਿਆ। ਫਿਰ ਉਹਨੇ ਆ ਕੇ ਵਜ਼ੀਰ ਨੂੰ ਉੱਥੋਂ ਰਿਹਾ ਕੀਤਾ। ਉਹ ਕਹਿੰਦਾ ਵਜ਼ੀਰ ਮੈਨੂੰ ਐ ਦੱਸ, ਇਹ ਤਾਂ ਮੈਨੂੰ ਸਮਝ ਆ ਗਈ ਜਦੋਂ ਮੇਰੀ ਚੀਚੀ ਵੱਡੀ ਸੀ, ਤੂੰ ਕਿਹਾ ਸੀ ਜੋ ਰੱਬ 'ਚ ਕਰਦਾ ਚੰਗਾ ਕਰਦਾ, ਇਹ ਤਾਂ ਮੈਨੂੰ ਸਮਝ ਆ ਗਈ। ਕਹਿੰਦੇ ਜੀ ਕਿਵੇਂ ਸਮਝ ਆਈ। ਕਹਿੰਦੇ ਵੀ ਐਂ ਕਰਕੇ ਆਹ ਗੱਲ ਹੋਈ ਹੈ। ਕਹਿੰਦੇ ਅੱਛਾ। ਕਹਿੰਦਾ ਜਦੋਂ ਮੈਂ ਤੈਨੂੰ ਫੜ ਕੇ ਅੰਦਰ ਸੁੱਟਿਆ ਤੂੰ ਕਿਹਾ, ਕਹਿੰਦੇ ਮਹਾਰਾਜ ਗੱਲ ਇਹ ਆ, ਜੋ ਰੱਬ ਕਰਦਾ ਚੰਗਾ ਕਰਦਾ, ਜੇ ਤੂੰ ਮੈਨੂੰ ਅੰਦਰ ਨਾ ਸੁੱਟਿਆ ਹੁੰਦਾ, ਅੱਜ ਮੈਂ ਤੇਰੇ ਨਾਲ ਹੁੰਦਾ ਸੀ, ਤੇਰੇ ਨਾਲ ਹੋਣਾ ਸੀ ਨਾ, ਤੇ ਉਹਨਾਂ ਨੇ ਚੱਕ ਕੇ ਮੈਨੂੰ ਝਟਕਾ ਦੇਣਾ ਸੀ। ਮੈਂ ਮੌਤ ਤੋਂ ਬਚ ਗਿਆ, ਚੱਲ ਤਾਂ ਕੀ ਹੋ ਗਿਆ, ਜੇ 6 ਮਹੀਨਿਆਂ ਦੀ ਸਜ਼ਾ 'ਚ ਬੈਠਾ ਰਿਹਾ, ਰੋਟੀ ਤਾਂ ਮੈਨੂੰ ਉਰੇ ਮਿਲ ਗਈ। ਉਹ ਹੈ ਕਈ ਵਾਰੀ ਕੁਛ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਨੇ, ਸਾਨੂੰ ਮੌਕੇ 'ਤੇ ਬੜੀਆਂ ਭੈੜੀਆਂ ਲੱਗਦੀਆਂ ਨੇ, ਚੰਗੀਆਂ ਨਹੀਂ ਲੱਗਦੀਆਂ, ਪਰ ਕਾਫੀ ਲੰਬੇ ਸਮੇਂ ਬਾਅਦ ਸਾਨੂੰ ਲੱਗਦਾ ਕਿ ਯਾਰ ਇਹ ਕੰਮ ਜੇ ਨਾ ਹੁੰਦਾ ਤਾਂ ਫਿਰ ਪਤਾ ਨਹੀਂ ਬਈ ਮਤਲਬ ਅਸੀਂ ਉਹ ਇਸ ਅਵਸਥਾ 'ਤੇ ਨਾ ਪਹੁੰਚਦੇ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਆਪਦੇ ਘਰ ਵਾਲੀ ਨੂੰ ਕਿਹਾ, ਉਹਦਾ ਨਾਮ ਬਸੰਤ ਕੌਰ ਸੀ, ਉਹਦੇ ਘਰ ਵਾਲੀ ਨੂੰ, ਕਹਿੰਦਾ ਬਸੰਤ ਕੌਰੇ, ਜੇ ਤੂੰ ਲੜਾਕੀ ਨਾ ਹੁੰਦੀ ਨਾ, ਸ਼ਾਇਦ ਮੈਂ ਸ਼ਾਇਰ ਨਾ ਬਣਦਾ। ਜੇ ਤੂੰ ਤੱਤੀ ਸੀ ਨਾ ਸੁਭਾਅ ਦੀ, ਤਾਂ ਮੈਂ ਸ਼ਾਇਰ ਬਣਿਆ, ਤਾਂ ਮੇਰੀਆਂ ਇੰਨੀਆਂ ਕਿਤਾਬਾਂ ਛਪੀਆਂ ਨੇ, ਤਾਂ ਮੈਂ ਪ੍ਰੋਫੈਸਰ ਦੇ ਰੁਤਬੇ 'ਤੇ ਪਹੁੰਚਿਆ। ਇਹ ਵੀ ਚੰਗਾ ਹੀ ਹੁੰਦਾ ਜੋ ਹੁੰਦਾ। ਘਰਾਂ 'ਚ ਇੱਕ ਕੋਈ ਤੱਤਾ ਹੁੰਦਾ, ਕੋਈ ਠੰਡਾ ਹੁੰਦਾ ਨਾ, ਐਵੇਂ ਨਹੀਂ ਰੱਬ ਨੂੰ ਲਾਂਭੇ ਦੇ ਜਾਣੇ, ਇਹ ਮੇਰੇ ਘਰ ਵਾਲੀ ਕਪੱਤੀ ਆ ਜੀ, ਇਹ ਮੇਰੇ ਘਰ ਵਾਲਾ ਕੰਜਰ ਆ ਜੀ, ਇਹ ਮੇਰੇ ਔਲਾਦ ਨਹੀਂ ਚੰਗੀ ਹੈਗੀ ਨਾ, ਇਹ 'ਚ ਵੀ ਕੋਈ ਭਲਾ ਹੈ ਸਾਡਾ, ਇਹ 'ਚ ਵੀ ਭਲਾ। ਨਹੀਂ ਤਾਂ ਅਸੀਂ ਮੋਹ 'ਚ ਫਸ ਜਾਈਏ, ਪਾਠੇ ਨਾ ਕਰੀਏ, ਸਾਰਾ ਦਿਨ ਉਹਨਾਂ ਦੀਆਂ ਲਾਲਾਂ ਚੜ੍ਹਦੇ ਰਹੀਏ। ਜੇ ਕੋਈ ਕੜਤਣ ਜੀ ਪਾਈ ਆ ਆਪਣੇ ਘਰਾਂ 'ਚ, ਦੇਖੋ ਰਸੋਈ 'ਚ ਜਿੱਥੇ ਗੁੜ ਪਿਆ, ਸ਼ੱਕਰ ਪਈ ਆ, ਚੀਨੀ ਪਈ ਆ, ਉੱਥੇ ਮਿਰਚਾਂ ਵੀ ਪਈਆਂ ਨੇ। ਮਿਰਚ ਵੀ ਇੱਕ ਕਿਸਮ ਦੀ ਨਹੀਂ, ਲਾਲ ਵੀ ਪਈਆਂ ਨੇ, ਕਾਲੀਆਂ ਵੀ ਪਈਆਂ ਨੇ, ਭੂਰੀਆਂ ਵੀ ਪਈਆਂ ਨੇ, 3-4 ਦੇ ਹਰੀਆਂ ਮਿਰਚਾਂ ਵੀ ਪਈਆਂ, ਉਹ ਵੀ ਰੱਖੀਆਂ ਹੋਈਆਂ ਨੇ ਨਾ, ਉਹਨਾਂ ਦੀ ਵੀ ਜ਼ਰੂਰਤ ਹੈ। ਇਹ ਜ਼ਿੰਦਗੀ ਦੇ ਵਿੱਚ ਕੁੜੱਤਣ ਦੀ ਵੀ ਜ਼ਰੂਰਤ ਹੈ, ਪਰ ਅਸੀਂ ਨਹੀਂ ਕੌੜੇ ਬਣਨਾ, ਅਸੀਂ ਮਿੱਠੀ ਰਹਿਣਾ। ਦੁਨੀਆ ਕੌੜੀ ਬਣਦੀ ਆ, ਉਹਨੂੰ ਬਣਨ ਦਿਓ, ਅਸੀਂ ਨਹੀਂ ਕੌੜੇ ਬਣਨਾ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ, ਪਰਮਾਤਮਾ ਜੀ ਜੋ ਤੈਨੂੰ ਚੰਗਾ ਲੱਗਦਾ ਉਹੀ ਸੰਸਾਰ ਦੇ ਵਿੱਚ ਵਰਤ ਰਿਹਾ, ਤੂੰ ਆਪੇ ਕਰੈਂ ਸੋ ਹੋਈ, ਜੋ ਤੂੰ ਆਪ ਕਰਦਾ ਉਹੀ ਸੰਸਾਰ 'ਤੇ ਹੋ ਰਿਹਾ, ਉਹੀ ਸੰਸਾਰ 'ਤੇ ਹੋ ਰਿਹਾ। ਸਾਧ ਸੰਗਤ ਜੀ, ਬੜੀ ਉਹ ਨਾ ਜਿਹੜਾ ਉਸ ਦੀ ਇਹ ਕਲਾ ਬੜੀ ਬਰੀਕ ਆ। ਦੇਖੋ ਇੱਥੇ ਵਾਲ ਨੇ, ਉਰੇ ਵਾਲ ਨਹੀਂ ਹੈਗੇ, ਇੱਥੇ ਵਾਲ ਨੇ, ਉਰੇ ਵਾਲ ਨੇ, ਇੱਥੇ ਵਾਲ ਨਹੀਂ, ਉਰੇ ਵਾਲ ਨੇ। ਉਹ ਇੱਕ ਬੜਾ ਸੋਹਣਾ ਕਲਾਕਾਰ ਹੈ, ਬੜਾ ਤਕੜਾ ਇੱਕ ਕਾਰੀਗਰ ਹੈ। ਉਹਨੇ ਜੋ ਚੀਜ਼ ਬਣਾਈ ਹੈ, ਉਸ ਨੇ ਸਾਡੇ ਫਾਇਦੇ ਵਾਸਤੇ ਬਣਾਈ ਹੈ, ਸਾਡੇ ਭਲੇ ਵਾਸਤੇ ਬਣਾਈ ਹੈ। ਇੱਕ ਇੱਕ ਦੇਖੋ, ਉਹਨੇ ਗੁਰਦੇ 2 ਬਣਾਤੇ ਕਿਉਂਕਿ ਜ਼ਿਆਦਾ ਜ਼ਰੂਰੀ ਸੀ, ਵੀ ਜੇ ਇੱਕ ਫੇਲ ਹੋ ਗਿਆ ਦੂਜਾ ਕੰਮ ਕਰੀ ਜਾਊਗਾ। ਫੇਫੜੇ 2 ਬਣਾਤੇ, ਜੇ ਇੱਕ ਕਿਤੇ ਕੰਮ ਕਰਦਾ ਕਿਤੇ ਘਸ ਗਿਆ ਦੂਜਾ ਕੰਮ ਕਰੀ ਜਾਊਗਾ। ਅੱਖਾਂ 2 ਬਣਾਤੀਆਂ, ਕਿਸੇ ਕਾਰਨ ਕਿਤੇ ਇੱਕ ਅੱਖ ਨਕਾਰਾ ਹੋ ਗਈ, ਦੂਜੀ ਨਾਲ ਇਹਦਾ ਕੰਮ ਚੱਲੀ ਜਾਊਗਾ। ਪਰ ਜੀਭ ਇੱਕੋ ਹੀ ਦਿੱਤੀ ਆ ਉਹਨੇ, ਸੱਜਣਾ ਘੱਟ ਬੋਲਣਾ। ਕੰਨ 2 ਦਿੱਤੇ ਨੇ, ਸੁਣਨਾ ਜ਼ਿਆਦਾ ਹੈ, ਸੁਣਨਾ 2 ਗੁਣ ਹੈ, ਦੇਖਣਾ 2 ਗੁਣ ਹੈ, ਪਰ ਬੋਲਣਾ ਅੱਧਾ ਤੋਂ। ਪਰ ਸਾਡਾ ਕੰਮ ਉਲਟ ਹੈ। ਜੇ ਅਮਰੀਕਾ ਨਹੀਂ ਵੀ ਦੇਖਿਆ ਨਾ, ਅਮਰੀਕਾ ਦੇ ਕਿਸੇ ਉਰੇ ਸੁਣਾ ਰਿਹਾ ਜੀ, ਉੱਥੇ ਤਾਂ ਆਏ ਆ ਜੀ, ਉੱਥੇ ਤਾਂ ਆਏ ਆ।
मेरे वर्गा स्वर्ग नहीं गया, सचखंड नहीं गया, होरे कहानियां सुना रहा, देखा नहीं अजे। कई चीज़ां सुनिया भी नहीं होंदियां, बस उही अंदाजा ला के आपदे आपे बोलण की जोर है, क्योंकि बोलना सौखा है, सुनना बहुत औखा है, देखना औखा है। हुण महाराज कहते हे परमात्मा जो तू करदा उही हुंदा, तू ठीक करदा, तू जो कर रहा तू ठीक कर रहा। साडी जदों असीं इस संसारक बुद्धि नाल देखदे हां फिर सानूं लगदा कि परमात्मा गलत कर रहा। तुद आपे श्रेष्ठ सब उपाय जी, तुद आपे सिरज सब गोई। हे परमात्मा ये सृष्टि तू किन्ने बारी पैदा कीती आ, ये सृष्टि जिहदे विच सूरज है, चंद्रमा है, समुंदर है, पहाड़ ने, धरती है, पताल है, आकाश है ना, ये तारे स्यारे ने, ये सृष्टि बनाई है तू किन्ने बारी बनाई है, किन्ने बारी बना के तू फिर इनू खत्म किया। तुद आपे सिरज सब गोई, तू आप ही इनू बना देना ते आप ही गोई बना हुंदा, नाश कर देना, खत्म कर देना। साध संगत जी पता नहीं असीं किन्ने क बारी बने होवांगे, ये सृष्टि किन्नी क बारी बनी होएगी, किन्नी क बारी ये फिर दोबारे पैदा हुई है, यह तो उहदी खेड है। जन नानक गुण गावै करते के जी, जो सब सह का जान हुई। कहने मैं दास नानक उस करते दे गुण गाउना जिहड़ा सारिਆਂ ਦੇ दिलों की जानदा, जिहड़ा सारिਆਂ ਦੇ दिलों की जानदा। कौन की है इस वेले, कौन की सोच रहा है, वो सब दे हिरदिਆਂ की जानदा, सारे बारे वो जानदा। कमाल की गल तो यह आ, साध संगत तो जान नहीं जानना। एक बारी एक बंदा कोई व्यापारी सी कलकत्ते का, हरमंदर साहब गया, वो हरमंदर साहब वो कमरा उन्हें उत्थे सरां च ही लिया, तो उन्हें आपदा दिने काम धंधा करना, रात को सौना, सवेरे शाम को कीर्तन सुनना, अमृत वेले की हाज़री भरनी। हुण उहदा जाण दा टाइम सी, फ्लाइट का टाइम हो गया, तो उन्हें सोच लिया भी यार बई भीड़ बहुत है, आपां अंदर तो नहीं मत्था टेक सकते, चलो आपां परिक्रमा च बहने, परिक्रमा च बैठ के 2-4 शब्द सुनते हैं, है ना, भी फिर आपां चलो इत्थों कोई आटो फड़ांगे, कोई जा टैक्सी फड़ांगे, जिहड़ा एयरपोर्ट से पहुँचांगे, घंटा 1.5 घंटा पहले भी पहुँचना होंदा। उस हिसाब नाल वो उत्थे बैठ गया परिक्रमा च, जिथे जे बेरी बाबा बुढ़ा जी दी है उत्थे बैठ गया। हरमंदर साहब वाल मूँह कर लिया, तो एक शब्द सुनिया, 2 शब्द सुने। इन्हां नूं एक बजुर्ग आया, वो खद्दर का कमीज पाया होया, जिन्होंने टाकियां भी लगियां हुई ने, सूई नाले टाकियां लाइया हुई ने, तो कमीज का मैला भी आता, कमीज के उत्ते दाल दे होर लंगर दियां वस्तां दे दाग भी लगे हुए हैं। हुण साडी एक ना साडी बिरती च एक भैड़ आ, असीं जिन्हों देखते हैं वो बारे ना अंदरे अंदर अंदाजे लाई जाने, ये अमीर होना, ये गरीब होना, ये ऐ होना, ये वो होना, असीं अपने आप ही बनाई जाने, अपने अंदरे किसी को मित्र बना लेने, किसी को दुश्मन बना लेने। असीं अपनी अल्प बुद्धि नाल जिन्हों मित्र बनाने, हो सकता जेब कातरा होवे, सानूं ठग की लै जे, जिन्हों असीं दुश्मन समझी जाने, हो सकता वो सानूं साडा भला करने वाला होवे। असीं अपनी एक कल्पना दे नाल ये एक नवीं संसार जा वसा लैंदे। हुण सोच रहे यार भी बाबे की चिट्टी दाड़ी है, साफ है, मूँह तो एक बड़ा सोहना जलाल है ना, भी कमाल है यार, है ना, भी पर बेचारा गरीब लगता, सेवादार भी लगता पर बेचारा गरीब लगता है। हुण बाबे ने समाधि जोड़ दी, बैठ गया उत्थे, वो ना अखां ही नहीं खोलण चाहुंदा। हुण इहदे दिमाग च आउंदा, कहना यार मेरी फ्लाइट का भी टाइम हो रहा है, जे बाबा समाधि खोले ना मैं इनू ना पैसे दे जाऊँ कुछ ना कुछ, बेचारा ये नवा चोला समैले कोई, है ना, कोई आ साबण सुबण लै ले, चंगी तरह मल के नहा लूगा, है ना, जां होर कर लूगा इस तरह का, भी मैनू कुछ दे जा, है ना। सोची गया सोची गया, बाबे ने एक शब्द सुनिया, 2 सुनिया, 3 सुनिया, 4 सुनिया, बाबे ने अखे नहीं खोली। उन्हें आख्या भी मित्रा फ्लाइट का टाइम होने वाला है, चल पा चलिए भी हुण बाबे के भागां च नहीं लिखा है पैसे लिखण, नहीं लिखा आपां ने की ना मरूगा भुखा, आपां ने की टिंडियां लैणियां, आपां चलदे। वो जदों उठ के जान लग्या, और बाबा कहना वो गुरमुखा 1 मिनट रुक, आ उरे, कहना हाँ, कहना लिया फड़ा जिन्ने पैसे फड़ाने ने, भलिया मानसा घंटे का ना तू मैनू कीर्तन सुन दिता ना तू आप सुने, लिया फड़ा जिन्ने फड़ाना तू। हैरान होया है, मैं तो बाबे नूं ही झुड्डू जा समझी जांदा सी। अंतरजामी गुरु बारे तो सुनते सी भी अंतरजामी है, ये बाबा अंतरजामी। कहना यार भलिया मानसा, कहना अमृत वेला, किन्ना सोहना समय, किन्ने सोहने वो रागी शब्द पढ़ रहे, ना तू घंटे का कीर्तन आप सुनिया ना मैनू सुन दिता। साध संगत दुनिया धींग तो धींग पई आ, पता नहीं कौन किहड़ी अवस्था च विचर रहा, सानू पता ही नहीं। आप जी दे विचों
ਬਹੁਤ ਸਾਰੇ ਬੰਦਿਆਂ ਨੇ ਇਹਨਾਂ ਨੇ ਆਹ ਜੋਤੀ ਸਰੂਪ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਹੋਣਗੇ, ਸੰਤ ਬਾਬਾ ਸੰਤੋਖ ਸਿੰਘ ਦੇ। ਉਹਨਾਂ ਨੂੰ ਦੇਖ ਕੇ ਕੋਈ ਕਹਿੰਦਾ ਸੀ ਵੀ ਯਾਰ ਇਹ ਐਡੀ ਵੱਡੀ ਅਵਸਥਾ ਦੇ ਹੋਣਗੇ? ਜਾਂ ਥੇੜੀ ਵਾਲੇ ਦੇ ਕੀਤੇ ਹੋਣਗੇ ਦਰਸ਼ਨ, ਉਹੀ ਬਸ ਉਹ ਕੇਸਰੀ ਜੀ ਪੱਗ ਬੰਨੀ ਹੋਣੀ, ਉਹਨਾਂ ਨੇ ਕੁੜਤਾ ਪਜਾਮਾ ਜਾਂ ਪਾਇਆ ਹੋਣਾ, ਕਿਸੇ ਨੇ ਜਾਣਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ, ਆਓ ਜੀ ਧੰਨ ਭਾਗ ਜੀ। ਕੋਈ ਲੱਗਦਾ ਸੀ ਇੰਨੀ ਉੱਚੀ ਅਵਸਥਾ ਦੇ ਹੋਣਗੇ? ਪਤਾ ਨਹੀਂ ਸਾਧ ਸੰਗਤ ਜੀ ਕਿੱਥੇ ਕਿੱਥੇ ਦੀ ਉੱਚੀ ਅਵਸਥਾ ਦੇ ਇਹ ਗੁਰਮੁਖ ਪਿਆਰੇ ਹੈਗੇ ਨੇ। ਉਹਦੇ ਸਿੱਖ ਤਾਂ ਜਾਣਦੇ ਨੇ, ਕਹਿੰਦੇ ਦਾਸ ਨਾਨਕ ਉਸ ਕਰਤੇ ਦੇ ਗੁਣ ਗਾਉਂਦਾ ਜਿਹੜਾ ਸਾਰਿਆਂ ਦੇ ਹਿਰਦਿਆਂ ਦੀ ਜਾਣਦਾ, ਸਾਰਿਆਂ ਦੇ ਹਿਰਦਿਆਂ ਦੀ ਜਾਣ। ਅੱਗੇ ਗਰੀਬ ਨਵਾਜ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਨਿਰਗੁਣ ਪਰਮਾਤਮਾ ਜਿਹੜਾ ਸਰਗੁਣ ਵੀ ਹੈ, ਉਸ ਨੂੰ ਕੇਵਲ ਤੇ ਕੇਵਲ ਸਤਿਗੁਰੂ ਜੀ ਦੀ ਕਿਰਪਾ ਸਦਕਾ ਹੀ ਪ੍ਰਾਪਤ ਕੀਤਾ ਜਾ ਸਕਦਾ। ਉਸ ਨੂੰ ਪ੍ਰਾਪਤ ਕਰਨ ਦਾ ਕੋਈ ਹੋਰ ਦੂਸਰਾ ਤਰੀਕਾ ਹੈ ਹੀ ਨਹੀਂ। ਜੇ ਆਪਾਂ ਸੋਚ ਲਈਏ ਨਾ ਵੀ ਅਸੀਂ ਮਿਹਨਤ ਕਰਕੇ, ਪਾਠ ਕਰਕੇ, ਜਾਂ ਮਤਲਬ ਅਸੀਂ ਜਲ ਧਾਰੇ ਕਰਕੇ, ਵਰਤ ਰੱਖ ਕੇ, ਕੋਈ ਭੁੱਖੇ ਰਹਿ ਕੇ, ਕੋਈ ਪੈਦਲ ਯਾਤਰਾ ਕਰਕੇ ਅਸੀਂ ਉਹਨੂੰ ਪ੍ਰਾਪਤ ਕਰ ਲਾਂਗੇ, ਨੋ। ਗੁਰੂ ਕਿਹੜੀ ਗੱਲ ਨਾਲ ਖੁਸ਼ ਹੁੰਦਾ? ਉਹ ਆਪਾਂ ਹੁਣ ਵਿਚਾਰ ਕੀਤੀ ਹੈ ਵੀ ਜੇ ਗੁਰੂ ਦੇ ਆਖੇ ਲੱਗਾਂਗੇ ਗੁਰੂ ਦੀ ਖੁਸ਼ੀ ਸਾਡੇ ਤੇ ਆਏਗੀ ਆਏਗੀ। ਉਹ ਗੁਰੂ ਦੀ ਕੇਵਲ ਤੇ ਕੇਵਲ ਕਿਰਪਾ ਨਾਲੇ ਪ੍ਰਾਪਤ ਹੋਏਗਾ। ਰਾਗ ਆਸਾ, ਜਿਹੜਾ ਤਾਲ ਹੈ ਜਿਹੜਾ ਸੁਰ ਹੈ ਉਹ ਹੈਗਾ ਆਸਾ। ਰਾਗ ਨੂੰ ਦੂਸਰੇ ਸ਼ਬਦਾਂ 'ਚ ਆਪਾਂ ਸੁਰ ਵੀ ਕਹਿੰਦੇ ਹਾਂ, ਕਿਉਂਕਿ ਸੁਰ ਬਾਜੇ ਨਾਲ ਨਿਕਲਦਾ ਜਾਂ ਉਹ ਤਾਰਾਂ ਤੰਤੀ ਉਹਦੇ ਨਾਲ ਨਿਕਲਦਾ। ਜਿਹੜਾ ਤਾਲ ਹੁੰਦਾ ਉਹ ਜਿਹੜਾ ਜੋੜੀ ਹੁੰਦੀ ਹੈ ਜਿਹਨੂੰ ਆਪਾਂ ਤਬਲਾ ਵੀ ਕਹਿੰਦੇ ਹਾਂ, ਤਾਲ ਉਹ 'ਤੇ ਹੁੰਦਾ। ਆਪਾਂ ਕਹਿੰਦੇ ਵੀ ਸੁਰ ਤਾਲ ਨਹੀਂ ਮਿਲ ਰਿਹਾ, ਸੁਰ ਵਾਜੇ ਦਾ, ਰਬਾਬ ਦਾ, ਸਾਰੰਗੀ ਦਾ ਹੁੰਦਾ ਹੈ ਨਾ, ਜੋ ਮਤਲਬ ਉਹਦਾ। ਪਰ ਜਿਹੜਾ ਤਾਲ ਹੈ ਉਹ ਢੋਲਕੀ ਦਾ, ਇਹਦਾ ਤਬਲੇ ਦਾ, ਢੱਡ ਦਾ, ਇਹਨਾਂ ਦਾ ਤਾਲ ਹੁੰਦਾ, ਨਗਾਰਿਆਂ ਦਾ ਤਾਲ ਹੁੰਦਾ। ਠੀਕ ਹੈ ਜੀ, ਵੱਖਰੇ ਵੱਖਰੇ ਤਾਲ ਵਜਾਏ ਜਾਂਦੇ ਨੇ। ਰਾਗ ਆਸਾ ਹੈ ਮਹਿਲਾ ਪਹਿਲਾ। ਹੁਣ ਗੁਰੂ ਨਾਨਕ ਦਾ ਸਰੂਪ ਕਿਹੜਾ ਹੈ? ਪਹਿਲਾ। ਬੇਦੀ ਕੁਲ ਦੇ ਕੁਲਭੂਸ਼ਣ ਨੇ। ਮਾਤਾ ਤ੍ਰਿਪਤਾ ਜੀ ਦੀ ਗੋਦ ਦੇ ਗਹਿਣੇ ਨੇ। ਮਾਤਾ ਸੁਲੱਖਣੀ ਜੀ ਦੇ ਸਿਰ ਦੇ ਸਾਈਂ ਨੇ। ਸਾਰੇ ਸਿੱਖ ਜਗਤ ਦੇ ਬਾਨੀ, ਬੇਅੰਤ ਸੰਤਾਂ ਮਹਾਂਪੁਰਸ਼ਾਂ ਦੇ ਟੇਕ ਨੇ ਗੁਰੂ ਨਾਨਕ ਦੇਵ ਮਹਾਰਾਜ। ਇਹ ਸ਼ਬਦ ਦਾ ਸਰੂਪ ਕੀ ਹੈ? ਚੌਪਦੇ ਨੇ, 4 ਪਦਿਆਂ ਵਾਲਾ ਸ਼ਬਦ ਹੈ। ਇਹਨੂੰ ਗਾਉਣਾ ਕਿਹੜੇ ਸ਼ਬਦ 'ਚ? ਅੱਛਾ, ਦੂਸਰੇ ਘਰ 'ਚ ਇਹਨੂੰ ਗਾਉਣਾ, ਦੂਸਰੇ ਘਰ 'ਚ ਗਾਉਣ ਦੀ ਹਦਾਇਤ ਕੀਤੀ ਹੈ। ਗਰੀਬ ਨਵਾਜ ਕਹਿੰਦੇ ਨੇ ਇਹ ਸ਼ਬਦ ਆਪ ਜੀ ਰੋਜ਼ ਪੜ੍ਹਦੇ ਹੋ ਰਹਿ ਰਸ ਦੇ ਵਿੱਚ। ਸੁਣ ਵੱਡਾ ਆਖਿਆ ਸਭ ਕੋਏ, ਸੁਣ ਵੱਡਾ ਆਖਿਆ ਸਭ ਕੋਏ। ਸੁਣ ਕੇ ਤਾਂ ਕਹਿੰਦੇ ਹਰੇਕ ਕੋਈ ਵੱਡਾ ਕਹਿ ਦੂਗਾ, ਸੁਣ ਕੇ ਤਾਂ ਹਰੇਕ ਵੱਡਾ ਕਹਿ ਦੂਗਾ, ਪਰ ਕੇਵਲ ਵੱਡਾ ਡੀਠਾ ਹੋਏ ਉਹ ਕਿੱਡਾ ਕੁ ਵੱਡਾ ਹੈ, ਇਹ ਕੇਵਲ ਦੇਖੇ ਹੀ ਪਤਾ ਲੱਗ ਸਕਦਾ, ਉਹਦੇ ਦਰਸ਼ਨ ਕਰਿਆ ਤੋਂ ਪਤਾ ਲੱਗ ਸਕਦਾ ਉਹ ਕਿੱਡਾ ਕੁ ਵੱਡਾ ਹੈ। ਸਾਧ ਸੰਗਤ ਜੀ, ਆਪਾਂ ਕੱਲ੍ਹ ਵੀ ਵਿਚਾਰ ਕਰ ਰਹੇ ਸੀ ਵੀ ਉਹ ਗੁਰਮੁਖੇ ਪਿਆਰੇ ਦਾ, ਉਹ ਕਹਿੰਦਾ ਵੀ 3.5 ਸਾਲਾਂ ਦੇ ਵਿੱਚ ਮੈਂ ਨਿਤਨੇਮ ਕੀਤਾ। ਹੁਣ ਦੇਖੋ ਉਹਦੀ ਦ੍ਰਿਸ਼ਟੀ ਕਿੱਥੇ ਤੱਕ ਜਾਂਦੀ ਹੋਊਗੀ, ਉਹ ਪਰਮਾਤਮਾ ਦੇ ਕਿੱਥੇ ਤੱਕ ਦਿਦਾਰੇ ਕਰ ਸਕਦਾ ਹੋਊਗਾ। ਬੇਸ਼ੱਕ ਅਸੀਂ ਪਰਮਾਤਮਾ ਦੇ ਸੰਪੂਰਨ ਦਰਸ਼ਨ ਨਹੀਂ ਕਰ ਸਕਦੇ, ਪਰ ਜਦੋਂ ਉਹਨੇ ਸਾਨੂੰ ਦਰਸ਼ਨ ਦੇਣੇ ਨੇ, ਉਹ ਸਾਡੇ ਇਸ਼ਟ ਦੇ, ਸਾਡੀ ਗੁਰੂ ਨਾਨਕ ਦੇਵ ਮਹਾਰਾਜ ਸ਼ਰਧਾ ਹੈ ਉਹਦੇ ਰੂਪ 'ਚ, ਕਲਗੀਧਰ ਗੁਰੂ ਪਿਤਾ 'ਚ ਸ਼ਰਧਾ ਹੈ ਉਹਦੇ ਰੂਪ ਦੇ ਵਿੱਚ, ਜਿੱਥੇ ਸਾਡੀ ਸ਼ਰਧਾ ਉਹਦੇ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇ ਦਿੰਦਾ। ਜਾਂ ਆਪਣਾ ਥੋੜ੍ਹਾ ਜਿਹਾ ਹੋਰ ਜਲਵਾ ਦਿਖਾ ਦਿੰਦਾ, ਜਿਵੇਂ ਆਪ ਹੀ ਨੇ ਮਹਾਂਭਾਰਤ ਦੇਖਿਆ ਹੈ ਨਾ, ਬਹੁਤੇ ਨੇ ਦੇਖਿਆ ਮਹਾਂਭਾਰਤ, ਚਲੋ ਬੱਚਿਆਂ ਵੇਲੇ ਤਾਂ ਹੋਰ। ਉਹਦੇ ਵਿੱਚ ਭਗਵਾਨ ਕ੍ਰਿਸ਼ਨ ਆਪਣੀ ਮਾਂ ਦੇਵਕੀ ਨੂੰ ਆਪਣਾ ਵਿਰਾਟ ਸਰੂਪ ਦਿਖਾ ਰਹੇ ਨੇ। ਇੱਕ ਪਾਸੇ ਦੁਨੀਆ ਨੂੰ ਲੈ ਕਰ ਰਹੇ ਨੇ, ਇੱਕ ਪਾਸੇ ਸਿਰਜ ਰਹੇ ਨੇ, ਮਤਲਬ ਚੱਲ ਰਿਹਾ ਸਾਰੀ ਸ੍ਰਿਸ਼ਟੀ ਹੈ ਨਾ, ਕਿੰਨੇ ਖੰਡ ਬ੍ਰਹਮੰਡ ਨਵੇਂ ਬਣ ਰਹੇ ਨੇ, ਕਿੰਨੇ ਜਿਹੜਾ ਹੈ ਪੁਰਾਣੇ ਲੈ ਹੋ ਰਹੇ ਨੇ। ਉਹਦਾ ਵਿਰਾਟ ਸਰੂਪ, ਉਹਦਾ ਸੰਪੂਰਨ ਸਰੂਪ ਜਿਹਤੇ ਕਿਰਪਾ ਕਰਦਾ ਉਹਨੂੰ ਦਿਖਾ ਵੀ ਦਿੰਦਾ। ਉਹਦੀ ਬੁੱਧੀ ਦੇ ਵਿੱਚ ਚਾਨਣ ਹੀ ਉਹਨਾਂ ਪਾ ਆਉਂਦਾ, ਉਹਦਾ ਗਿਆਨ ਹੀ ਐਡਾ ਵੱਡਾ ਕਰ ਦਿੰਦਾ ਕਿ ਉਹਨੂੰ ਦਿਦਾਰੇ ਦੇ ਦਿੰਦਾ। ਉਹ ਕਿੱਡਾ ਕੁ ਵੱਡਾ ਹੈ, ਕੇਵਲ ਇਹ ਉਹਦੇ ਦਰਸ਼ਨ ਕੀਤਿਆਂ ਉਹਨੂੰ ਦੇਖੀ ਹੀ ਪਤਾ ਲੱਗ ਸਕਦਾ। ਆਪਾਂ ਕਹਿੰਦੇ ਵੀ ਪਰਮਾਤਮਾ ਬਹੁਤ ਵੱਡਾ ਹੈ। ਉਹ ਖੂਹ ਦੇ ਡੱਡੂਆਂ ਵਾਲੀ ਗੱਲ ਜਿਵੇਂ ਬਾਬਾ ਜੀ ਨੇ ਆਪਾਂ ਨੂੰ ਕਿੰਨੇ ਵਾਰੀ ਸੁਣਾਈ ਹੈ ਨਾ। ਹੁਣ ਜਿਹਦਾ ਗਿਆਨ ਸੀਮਤ ਹੈ ਉਹ ਕਹਿੰਦਾ ਯਾਰ ਮੈਂ ਨਹੀਂ ਮੰਨਦਾ। ਹੁਣ ਉੱਲੂ ਨੂੰ ਤੁਸੀਂ ਕਿੰਨੇ ਸਾਲ ਮਰਜੀ ਉਦਾਹਰਨਾਂ ਦੇ ਕੇ ਸਮਝਾਈ ਜਾਓ, ਭਾਈ ਸੂਰਜ ਹੁੰਦਾ, ਉੱਲੂ ਕਦੇ ਨਹੀਂ ਮੰਨੂਗਾ ਵੀ ਸੂਰਜ ਹੁੰਦਾ। ਉਹ ਆਪਦੀ ਜਗ੍ਹਾ ਤੇ ਸੱਚਾ, ਕਿਉਂਕਿ ਉਹਨੇ ਸੂਰਜ ਕਦੇ ਦੇਖੇ ਹੀ ਨਹੀਂ, ਉਹਨੇ ਸੂਰਜ ਕਦੇ ਦੇਖੇ ਨਹੀਂ, ਉਹ ਕਿਵੇਂ ਮੰਨੂਗਾ ਵਿਚਾਰਾ।
ਹੁਣ ਅਸੀਂ ਪਰਮਾਤਮਾ ਦੇਖਿਆ ਨਹੀਂ, ਅਸੀਂ ਧਰਮੀ ਪੁਰਸ਼ਾਂ ਦੇ ਘਰੇ ਦਰਸ਼ਨ ਕੀਤੇ ਨਹੀਂ, ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਕਿ ਯਾਰ ਕੋਈ ਬੰਦਾ ਇੰਨਾ ਕੁਛ ਦਾਨ ਕਰ ਸਕਦਾ ਜਾਂ ਕੋਈ ਇੰਨਾ ਕੁਛ ਕੁਰਬਾਨੀ ਕਰ ਸਕਦਾ। ਅਸੀਂ ਮੰਨਣ ਨੂੰ ਤਿਆਰ ਹੀ ਨਹੀਂ, ਕਿਉਂਕਿ ਅਸੀਂ ਦੇਖੀ ਨਹੀਂ ਹੈਗੇ। ਅਸੀਂ ਆਪਣੀ ਜਗ੍ਹਾ ਤੇ ਸੱਚੇ ਹਾਂ। ਕਰੋ ਕਿੱਡਾ ਕਵੱਡਾ ਹੈ ਇਹ, ਕੇਵਲ ਤੇ ਕੇਵਲ ਦੇਖਿਆ ਪਤਾ ਲੱਗ ਸਕਦਾ ਹੈ। ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਬਲ ਤੇਰੇ ਰਹੇ ਸਮਾਏ। ਨਾ ਤਾਂ ਉਹਦੀ ਕੋਈ ਕੀਮਤ ਪਾਈ ਜਾ ਸਕਦੀ ਹੈ, ਭਾਵ ਉਹਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ, ਨਾ ਉਹਦੇ ਬਾਰੇ ਕੋਈ ਕਿਹਾ ਜਾ ਸਕਦਾ। ਸਾਧ ਸੰਗਤ ਜੀ, ਆਪਾਂ ਨੇ ਹੁਣੇ ਪੜ੍ਹਿਆ ਸੀ ਨਾ, ਜਿਹੜਾ ਹੈ ਬਾਵਨ ਅੱਖਰੀ ਗੌੜੀ ਬਾਬਾ ਕਬੀਰ ਜੀ ਦੀ, ਉਹ ਅੱਖਰਾਂ ਦੀ ਕੈਦ ਤੋਂ ਬਾਹਰ ਹੈ। ਇਹ ਅੱਖਰ ਉਹਦੇ ਸਰੂਪ ਨੂੰ ਬਿਆਨ ਨਹੀਂ ਕਰ ਸਕਦੇ। ਅਸੀਂ ਜੋ ਬੋਲ ਰਹੇ ਅੱਖਰੇ ਬੋਲ ਰਹੇ ਹਾਂ ਨਾ, ਜੋ ਪੜ੍ਹ ਰਹੇ ਹਾਂ ਉਹ ਵੀ ਅੱਖਰ ਪੜ੍ਹ ਰਹੇ ਹਾਂ। ਉਹਦਾ ਸਰੂਪ ਇੰਨਾ ਕੁ ਬੇਅੰਤ ਹੈ। ਇਹ ਅੱਖਰ, ਇਹ ਭਾਸ਼ਾ ਬੜੀ ਬੌਣੀ ਰਹਿ ਜਾਂਦੀ ਹੈ। ਉਹ ਅੱਖਰਾਂ ਤੋਂ ਬਾਹਰ ਹੈ। ਉਹ ਦੱਸਿਆ ਨਾ, ਇਹ ਤਿੰਨੇ ਲੋਕ ਆਪਾਂ ਪੜ੍ਹਿਆ ਸੀ ਨਾ ਵੀ ਇਹ ਤਿੰਨੇ ਲੋਕਾਂ ਦੇ ਵਰਤਾਰੇ ਦੀ ਵਿਆਖਿਆ ਇਹ ਅੱਖਰ ਕਰ ਸਕਦੇ ਨੇ। 52 ਅੱਖਰ ਕਰ ਸਕਦੇ ਨੇ, ਅੰਗਰੇਜ਼ੀ ਦੇ 26 ਅੱਖਰ ਨੇ, ਜਾਂ ਮਤਲਬ ਉਰਦੂ ਦੇ 28 ਅੱਖਰ ਨੇ, ਪੰਜਾਬੀ ਦੇ ਆਪਾਂ 35 ਕਹਿ ਦੇਣਾ, ਜਾਂ ਅੱਜ ਕੱਲ੍ਹ ਕਿ 41 42 ਕਹਿ ਦੇਣਾ। ਇਹ ਅੱਖਰਾਂ ਦੇ ਵਿੱਚ ਇਹ ਪੂਰੇ ਖੰਡਾਂ ਬ੍ਰਹਮੰਡਾਂ ਦੀ ਵਿਆਖਿਆ ਹੋ ਸਕਦੀ ਹੈ, ਪਰ ਪਰਮਾਤਮਾ ਦੀ ਵਿਆਖਿਆ ਇਹਨਾਂ ਅੱਖਰਾਂ ਰਾਹੀਂ ਨਹੀਂ ਹੋ ਸਕਦੀ। ਮਤਲਬ ਨਹੀਂ ਕੋਈ। ਆਹ ਤਾਂ ਜੀਭ 4 ਉਂਗਲਾਂ ਦਾ ਟੁਕੜਾ ਨਾ, ਜੇ ਇਹੋ ਜਿਹੀਆਂ ਕਰੋੜਾਂ ਜੀਭਾਂ, ਅਸੰਖਾਂ ਜੀਭਾਂ ਰੋਮ ਰੋਮ 'ਚ ਲੱਗ ਜਾਣ, ਫਿਰ ਵੀ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਆਪਾਂ ਰੋਜ਼ ਪੜ੍ਹਦੇ ਇੱਕ ਦੂੰ ਜੀਭਾਂ ਲੱਖ ਹੋਏ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰਾਪਤ ਪਵੜੀਆਂ ਚੜ੍ਹ ਹੋਏ ਅਕੀਸ। ਉਹਦੇ ਬਾਰੇ ਨਹੀਂ ਕਹਿ ਸਕਦੇ, ਉਹਦੇ ਬਾਰੇ ਕਹੀ ਨਹੀਂ ਸਕਦੇ। ਜੀਭ ਤਾਂ ਬਹੁਤ ਛੋਟੀ ਹੈ, ਬੜੀ ਨਗੂਣੀ ਹੈ ਉਹਦੀ ਸਿਫਤ ਸਲਾਹ ਕਰਨ ਵਾਸਤੇ। ਇਹ ਭਾਸ਼ਾ ਬਹੁਤ ਛੋਟੀ ਹੈ। ਭਾਸ਼ਾ ਤਾਂ ਮਨੁੱਖਾਂ ਨੇ ਬਣਾਈ ਹੈ ਨਾ, ਪਰਮਾਤਮਾ ਨੇ ਮਨੁੱਖ ਬਣਾਏ, ਮਨੁੱਖਾਂ ਦੇ ਵਿੱਚ ਬੈਠ ਕੇ ਭਾਸ਼ਾ ਬਣ ਗਈ। ਹਰੇਕ ਦੇਸ਼ ਦੀ, ਹਰੇਕ ਇਲਾਕੇ ਦੀ ਆਪਣੀ ਵੱਖਰੀ ਭਾਸ਼ਾ, ਪਰ ਪਰਮਾਤਮਾ ਇਹ ਭਾਸ਼ਾ ਤੋਂ ਬਾਹਰ ਹੈ। ਕਹਿਣਾ ਵਾਲੇ ਤੇਰੇ ਰਹੇ ਸਮਾਏ। हे ਪਰਮਾਤਮਾ, ਜਿਹਨੇ ਤੇਰੇ ਬਾਰੇ ਕਿਹਾ, ਤੇਰੇ ਗੁਣਾਂ ਨੂੰ ਕਿਹਾ ਜਿਹਨੇ ਬਾਰੇ, ਉਹ ਤੇਰੇ ਵਿੱਚ ਹੀ ਸਮਾ ਗਏ। ਜਿਵੇਂ ਨੂਣ ਦੀ ਡਲੀ ਹੈ, ਨੂਣ ਦੀਆਂ ਕਈ ਡਲੀਆਂ ਪਈਆਂ ਨੇ ਸਮੁੰਦਰ ਦੇ ਕਿਨਾਰੇ। ਇੱਕ ਕਹਿੰਦੇ ਵੀ ਸਮੁੰਦਰ ਕਿੰਨਾ ਕੁ ਡੂੰਘਾ। ਇੱਕ ਜਿਹੜੀ ਕੋਈ ਛੋਟੀ ਡਲੀ ਸੀ, ਕਹਿੰਦੀ ਭੈਣੇ ਤੁਸੀਂ ਇੱਥੇ ਬੈਠੋ, ਮੈਂ ਜਾਣੀ ਹਾਂ, ਪਤਾ ਕਰਕੇ ਹੋਈਆਂ। ਮੈਂ ਕਹਿੰਦੀ 1 ਮਿੰਟ 'ਚ ਆਈ, ਬਸ ਪਤਾ ਕਰਕੇ। ਉਹਨੇ ਸਮੁੰਦਰ 'ਚ ਛਾਲ ਮਾਰੀ, ਉਹਦੀ ਤਹਿ ਤੋਂ ਜਾਂਦੇ ਜਾਂਦੇ ਪਹਿਲੇ ਖੁਰ ਗਈ। ਦੂਜੀਆਂ ਬੈਠੀਆਂ ਉਡੀਕ ਰਹੀਆਂ ਨੇ। ਉਹ ਕਹਿੰਦੀ ਵੀ ਉਹ ਤਾਂ ਆਈ ਨਹੀਂ ਹੈਗੀ। ਚੱਲ ਤੀਜੀ ਕਹਿੰਦੀ ਮੈਂ ਜਾਣੀ ਹਾਂ, ਚੌਥੀ ਕਹਿੰਦੀ ਮੈਂ ਜਾਣੀ ਹਾਂ। ਉਹ ਸਾਰੀਆਂ ਦੇ ਸਾਰੀਆਂ ਉਹਦੇ ਵਿੱਚ ਚਲੀਆਂ ਗਈਆਂ, ਪਰ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕੀਆਂ। ਹਾਲਾਂਕਿ ਇਸ ਸਾਗਰ ਦਾ ਤਾਂ ਅੰਤ ਹੈਗਾ। ਆਮ ਕਰਕੇ ਕਹਿੰਦੇ ਵੱਧ ਤੋਂ ਵੱਧ 60 ਕਿਲੋਮੀਟਰ 60 ਮੀਲ ਜਾਂ ਇਹ ਸਮੁੰਦਰ ਡੂੰਘਾ, ਜਿੱਥੇ ਕਿਤੇ ਬਹੁਤ ਜ਼ਿਆਦਾ ਡੂੰਘਾ, ਐਦੋਂ ਵੱਧ ਡੂੰਘਾ ਨਹੀਂ ਹੈਗਾ। ਇਹਦਾ ਥਾਂ ਤਾਂ ਪਾ ਲਿਆ। ਪਰ ਜਿਹੜਾ ਪਰਮਾਤਮਾ ਅਥਾਹ ਸਾਗਰ ਹੈ, ਪ੍ਰੇਮ ਦਾ ਸਾਗਰ ਹੈ, ਉਹਦੇ ਬਾਰੇ ਕੋਈ ਥਾਂ ਨਹੀਂ ਪਾ ਸਕਦਾ। ਤੂੰ ਠਾਕਰੋ ਬੈਰਾਗਰੋ ਮੈਂ ਜੇ ਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਬਰਦਾਣਾ, ਕਰ ਮਿਹਰ ਅੰਮਤ ਸਾਈਂ। ਉਹਦੀ ਸਾਰ ਨਹੀਂ ਪਾਈ ਜਾ ਸਕਦੀ, ਉਹਦੀ ਗਤੀ ਨਹੀਂ ਜਾਣੀ ਜਾ ਸਕਦੀ। ਸਾਧ ਸੰਗਤ ਜੀ, ਅਸੀਂ ਗਤੀ ਜਾਣ ਕੇ ਵੀ ਕੀ ਲੈਣਾ। ਅਸੀਂ ਜਲੇਬੀਆਂ 'ਚ ਇਹ ਨਹੀਂ ਦੇਖਣਾ ਹੈਗਾ ਵੀ ਇਹ 'ਚ ਕਿਹੜਾ ਘਿਓ ਵਰਤਿਆ ਹੋਇਆ, ਕਿਹੜੀ ਚੀਨੀ ਪਾਈ ਹੋਈ ਹੈ, ਕਿਹੜਾ ਮੈਦਾ ਪਾਇਆ ਹੋਇਆ। ਬਸ ਇਸ ਤਾਂ ਲੈ ਕੇ ਨਾ ਚਟਖਾਰੇ ਲੈ ਕੇ ਉਹਦਾ ਸਵਾਦ ਮੰਨਣਾ। ਅਸੀਂ ਪਰਮਾਤਮਾ ਦਾ ਸਵਾਦ ਮੰਨਣਾ। ਅਸੀਂ ਜਦੋਂ ਮਾਂ ਦੀ ਗੋਦ 'ਚ ਬੈਠੇ ਨਾ, ਅਸੀਂ ਆਪਦੀ ਮਾਂ ਨੂੰ ਇਹ ਨਹੀਂ ਦੇਖਿਆ ਕਿ ਵੀ ਕਿਹੜੀ ਜਾਤੀ ਨਾਲ ਸੰਬੰਧ ਰੱਖਦੀ ਹੈ, ਇਹਦਾ ਕਬੀਲਾ ਕੀ ਸੀ, ਇਹ ਕਿਸੇ ਡਾਕੂ ਦੀ ਧੀ ਤਾਂ ਨਹੀਂ, ਕਿਸੇ ਚੋਰ ਦੀ ਧੀ ਤਾਂ ਨਹੀਂ। ਅਸੀਂ ਇਹ ਤੋਂ ਕੁਛ ਵੀ ਨਹੀਂ ਲੈਣਾ। ਅਸੀਂ ਤਾਂ ਮਾਂ ਦੀ ਗੋਦ ਦਾ ਆਨੰਦ ਮੰਨਣਾ, ਉਹਦਾ ਅੰਮ੍ਰਿਤਮਈ ਦੁੱਧ ਚੁੰਘਣਾ। ਅਸੀਂ ਸਾਡੀ ਮਾਂ ਤੋਂ ਕੀ ਲੈਣਾ, ਕੌਣ ਹੈ ਕੌਣ ਨਾ, ਸਾਨੂੰ ਤਾਂ ਪਾਲੇ ਰਹੀ ਹੈ ਨਾ ਉਹ। ਅਸੀਂ ਪਰਮਾਤਮਾ ਤੋਂ ਕੀ ਲੈਣਾ, ਕਿੱਡਾ ਕੁ ਵੱਡਾ ਕੀ ਹੈ ਕੀ ਨਾ। ਅਸੀਂ ਤਾਂ ਬਸ ਉਹਦੀ ਬੁੱਕੜ ਦਾ ਆਨੰਦ ਮੰਨਣਾ, ਉਹਦੇ ਗਲ ਨਾਲ ਗਲ ਵਕੜੀਆਂ ਪਾ ਕੇ, ਉਹਦੇ ਚਰਨਾਂ ਨੂੰ ਚੁੰਮ ਕੇ, ਉਹਦੇ ਪੈਰਾਂ ਦੀਆਂ ਜੁੱਤੀਆਂ ਨੂੰ ਚੱਟ ਕੇ ਸਾਫ਼ ਕਰਕੇ, ਅਸੀਂ ਤਾਂ ਆਨੰਦ ਮੰਨਣਾ ਬਸ। ਅਸੀਂ ਕੀ ਲੈਣਾ ਪਰਮਾਤਮਾ, ਕਿੱਡਾ ਕੁ ਵੱਡਾ ਕੀ ਹੈ ਕੀ ਨਾ। ਇਹ ਤਾਂ ਸਾਡੀ ਮੂਰਖਤਾ ਹੈ। ਮਹਾਰਾਜ ਕਹਿੰਦੇ ਕਿਉਂ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਡਾਕਟਰ ਭਾਈ ਵੀਰ ਸਿੰਘ ਕਹਿੰਦੇ ਨੇ। ਅਸੀਂ ਕੀ ਲੈਣਾ ਕਿਵੇਂ ਹੋਇਆ, ਇਹਦਾ ਤਰਕਾਂ ਨੇ। ਤਰਕਾਂ ਦੇ ਵਿੱਚ ਹਮੇਸ਼ਾ ਮਤਲਬ ਦੁੱਖ ਹੁੰਦਾ। ਪਰਮਾਤਮਾ ਠੀਕ ਆ, ਬਸ ਅਨੰਤ ਮੰਨਣਾ।
ਆਪਾਂ ਨਹਿਰ 'ਚ ਨਹਾਉਂਦੇ ਹਾਂ, ਠੰਡਾ ਪਾਣੀ ਆ, ਨਹਾ ਕੇ ਆ ਵਾਹਿਗੁਰੂ ਵਾਹਿਗੁਰੂ ਕਰਦੇ। ਅਸੀਂ ਕੀ ਲੈਣਾ ਵੀ ਕਿਹੜੇ ਪਹਾੜ ਤੋਂ ਆਈ ਆ ਨਹਿਰ, ਇਹ ਕਿਹੜੇ ਕਿਹੜੇ ਸ਼ਹਿਰਾਂ ਨੂੰ ਕ੍ਰੋਸ ਕਰਦੀ ਆਈ ਆ, ਅਸੀਂ ਕੁਛ ਵੀ ਨਹੀਂ ਲੈਣਾ ਉਹ ਤੋਂ, ਤਾਂ ਬਸ ਇਸ਼ਨਾਨ ਕਰਨਾ, ਨਜ਼ਾਰੇ ਲੈਣੇ ਨੇ, ਆਨੰਦ ਮਾਣਨਾ। ਅਸੀਂ ਪਰਮਾਤਮਾ ਬਾਰੇ ਜਾਣ ਹੀ ਨਹੀਂ ਸਕਦੇ, ਫਿਰ ਕਿਉਂ ਉਹਦੇ ਪਾਸੇ ਆਪਣਾ ਟਾਈਮ ਵੇਸਟ ਕਰੀਏ, ਕਿਉਂ ਐਵੇਂ ਖਪੀਏ, ਬਸ ਉਹਦੀ ਬੁੱਕਲ ਦਾ ਆਨੰਦ ਮਾਣੀਏ। ਜਿਹੜੇ ਤੈਨੂੰ ਜਿਨ੍ਹਾਂ ਨੇ ਤੇਰੇ ਬਾਰੇ ਕਿਹਾ ਕੁਛ, ਉਹਦਾ ਤੇਰੇ ਵਿੱਚ ਹੀ ਸਮਾ ਗਏ। ਇੱਕ ਥਾਂ ਤੇ ਉਹ ਕਹਿੰਦੇ ਨੇ, ਕਹਿੰਦੇ ਕਿਸੇ ਪਤਾ पूछे मंजिले जाना, जिन्हें खावरती तेरी वो बेखबर मिला। किसे पूछे रास्ता पता नहीं मंजिले जाना, कहते जी जैसे खबरती तेरी जेड़ा तेरे बारे जानता सी वो बेखबर मिला, वो तो बोलते नहीं, तो चुप चपीता। एक बारी कोई दस रहा सी, जेड़े जथेदार साहब ने ना हजूर साहब दे, कहते बहुत वधिया कथावाचक ने, अन्ने वधिया कथावां गल्लां ही छड्ड दो, पर वो कथा नहीं करते। क्यों नहीं करते? क्योंकि उन्होंने पता भी मैं तो उपरले लैवल दी गल्लां करनियां ने, ये भी मतलब इन्हां दे समझ पल्ले कख नहीं पैना। हुण साडे तां उही लैवल दी गल्लां समझ आउणगीआं ना, साडी बुद्धि दे जिहड़ियां साडी बुद्धि दे लैवल दीआं ने। ਜਿਹੜੀਆਂ ਨੀਵੀਆਂ ਗੱਲਾਂ ਨੇ ਉਹ ਸਾਡੇ ਪੈਰਾਂ ਦੇ ਹੇਠਾਂ ਦੀ ਲੰਘੀ ਜਾਣਗੀਆਂ, ਜਿਹੜੀਆਂ ਉੱਚੀਆਂ ਗੱਲਾਂ ਨੇ ਉਹ ਸਾਡੇ ਸਿਰ ਉੱਤੋਂ ਦੀ ਲੰਘੀ ਜਾਣਗੀਆਂ। ਹਾਂ, ਜਿਹੜੀਆਂ ਸਾਡੇ ਮੇਚ ਦੀਆਂ ਗੱਲਾਂ ਨੇ ਉਹ ਸਾਡੇ ਕਾਲਜੇ ਲੱਗਣਗੀਆਂ, ਉਹ ਸਾਡੇ ਪੱਲੇ ਪੈਣਗੀਆਂ ਕੁਛ। ਮਹਾਰਾਜ ਜੀ ਕਹਿੰਦੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣਾ ਤੇਰਾ ਕੇਤਾ ਕੇਵੜ ਚੀਰਾ। ਰਹਾਉ ਦੀਆਂ ਪੰਕਤੀਆਂ ਇਹ ਨੇ, ਸਾਰਾ ਸ਼ਬਦ ਇਹਨਾਂ ਦੇ ਦੁਆਲੇ ਘੁੰਮਦਾ। ਹੇ ਮੇਰੇ ਵੱਡੇ ਸਾਹਿਬ, ਹੇ ਮੇਰੇ ਵੱਡੇ ਮਾਲਕ, ਤੂੰ ਗਹਿਰ ਹੈ, ਤੂੰ ਸਬਰ ਵਾਲਾ ਹੈ, तू डूंगा है, तू सजीदा है, तू गुणा का खजाना है, तू गुणा का खजाना। कोई ना जाना, कोई भी नहीं जानता तेरा कहता केवड़ चीरा। चीरे का मतलब वैसे तो दस्तार होंगी है, पग होंगे, दुपट्टे भी चीरा कहते, इत्थे चीरे का मतलब है पसारा। तेरा पसारा किड्डा क वड्डा है, तेरा विस्तार किड्डा क वड्डा है, ये बारे कोई भी नहीं जानता। हाँ, आपां ये तो कह सकते भी गुड़ बहुत ज़्यादा मिठा, गुलाब जामुन बहुत ज़्यादा मिठी है, पर ऐ नहीं दस सकते भी किन्नी क मिठी है। कई बार आप सब्जी खाने, घर के पुछते हैं हाँ जी सब्जी किमें बनी है, आप कहने भी भाग बने, क्या स्वाद है, नज़ारा आ गया खा के। पर हुण ऐ तो नहीं दस सकते थर्मामीटर ला के हाँ जी भी ये इन्ने मतलब स्वाद है भी है जी, ये मिर्चा इन्नियां ने, ये नमक इन्ना, वो तो नहीं असीं मिल के दस सकते है ना। कई बार आप उन्होंने ऐ कहने भी हाँ अज तो भी मतलब बनाने वाली उंगलों चट्टन नूं दिल करता, इन्नी स्वाद बनी है, आप इन्ना कह सकते हैं। ऐदू गाह आप कुछ कह नहीं सकते। हुण परमात्मा किड्डा क वड्डा, आप ये कह सकते वह बहुत वड्डा है, पर यह नहीं दस सकते वो किड्डा वड्डा है, वहदा विस्तार किड्डा क वड्डा है, वहदा दिल किड्डा क वड्डा दरिया दिल है वहदा, ये असीं कुछ नहीं दस सकते। हाँ, अगे महाराज दसदे ने, कहने कईयां ने बेचारे ने खिचड़ भी की, सब सुरतूं मिल सुरत कमाई, सब कीमत मिल कीमत पाई। सुरतूं सुरत जोड़ने वालियां ने, इन्हूं सुरती तो होंदा भी मेरी सुरती नहीं लग रही, सुरत जोड़ने वाले ने। सब भब्बे नूं सिहारी लगी है, बहुत बचन है, बहुत सारे सुरत जोड़ने वाले ने सुरती जोड़ी कि वह देख लीए अंत पा लीए, समाधि दे विच गए कि देख लीए। हुण जिवें बर्मा जी नाम कमल से गए कि मैं देखदा परमात्मा किड्डा वड्डा, कदे 36 युग नाभ जिहड़ी कमल फुल दी नाभी है ना, वो घूमता रहा, नाड़ी जी घूमता रहा 36 युग, पता नहीं लगा भी किड्डी क वड्डी है, किड्डी क चौड़ी है, किड्डी क लंबी है, उसने अंत नहीं पाया। फिर जिन्हें वो नाभ कमल बनाई है साध संगत जी, फिर वो किड्डा क वड्डा होगा, वो बारे तो आप कुछ भी नहीं दस सकते। गरीब नवाज कने सुरत जोड़ी है, सब कीमत मिल कीमत पाई, कीमत पाने वाले ने वो कीमत पाई है भी परमात्मा, पर नहीं दस सके। ज्ञानी ध्यानी गुर गुर हाई, ज्ञानियों ने अपने ज्ञान राही, ध्यानियों ने अपने ध्यान राही जोड़ के इको गल कही है। गुर गुर हाई का मतलब तू बहुत वड्डा है परमात्मा, गुर 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 मने वड्डा हुंदा ना, हे परमात्मा, हाई मने है, तू बहुत वड्डा है, तू बहुत वड्डा है, तू बहुत वड्डा है, बस इको ही गल कही है, बहुत बस ऐदू गाह कुछ कही नहीं सके हो। कहण ना जाई तेरी तिल वड्याई, हे परमात्मा तेरे बारे सारा तो कुछ असीं की कह सकते हैं, तेरे बारे तो असीं तिल मात्र भी नहीं कह सकते, तिल जिन्ना भी असीं तेरे भाव तेरे बारे तो असीं थोड़ा जिहा भी नहीं कह सकते, कही नहीं सकते। साध संगत जी सानूं तां एक ब्रह्मंड बारे पता है ना, महाराज जी कहने कोट ब्रह्मे जग साजण लाए, करोड़ों ही ब्रह्मे ने वो कहने बना रहे ने सृष्टियां, किन्ने लगे हुए ने,
हुण की पता किन्नियां कुछ सृष्टियां ने, ਸਾਨੂੰ ਤਾਂ ਇੱਕੋ ਹੀ ਬਾਰੇ ਪਤਾ ਨਾ, ਇਸ ਕਰਕੇ ਉਹ ਬੇਅੰਤ ਆ। ਉਹਦੇ ਬਾਰੇ ਇੱਕੋ ਹੀ ਗੱਲ ਕਹਿਣੀ ਬਣਦੀ ਹੈ, ਤੁਮ ਵੜ ਦਾਤੇ ਦੇ ਰਹੇ ਜੀ ਪ੍ਰਾਣ ਮੈਂ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਣ ਇੱਕ ਗੁਣ ਨਾ ਜਾਣ, ਇੱਕ ਗੁਣ ਨਹੀਂ ਜਾਣ। ਮਹਾ ਅਸੀਂ ਜਾਣ ਹੀ ਨਹੀਂ ਸਕਦੇ ਤੇਰੇ ਬਾਰੇ, ਅਸੀਂ ਨਿਰਗੁਣਾ ਮਹਾਰਾਜ, ਤੂੰ ਕਿਰਪਾ ਕਰ ਸਾਡੇ ਤੇ। ਅਸੀਂ ਤੇਰੇ ਬੱਚੇ ਹਾਂ, ਅਣਜਾਣ ਹਾਂ, ਦੋਸ਼ਾਂ ਨਾਲ ਐਬਾਂ ਨਾਲ ਭਰੇ ਹੋਏ ਹਾਂ, ਪਰ ਮੇਰੇ ਪ੍ਰੀਤਮਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਤੂੰ ਆਪਣੇ ਬਿਰਦ ਬਣ ਦੀ ਲਾਜ ਰੱਖਣੀ ਹੈ। ਜੇ ਹੁਣ ਲਾਈਆਂ ਤਾਂ ਤੋੜ ਨਿਭਾਈ, ਜੇ ਤੂੰ ਹੁਣ ਬਾਂਹ ਫੜੀਆ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਸਾਧ ਸੰਗਤ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਮੇਰੇ ਪ੍ਰੀਤਮਾ ਤੈਨੂੰ ਇਹਨਾਂ ਪਲਾਂ ਦਾ ਹੀ ਵਾਸਤਾ ਹੈ, ਇਹਨਾਂ ਸੁਨਹਿਰੀ ਘੜੀਆਂ ਦਾ ਹੀ ਵਾਸਤਾ ਹੈ। ਹੁਣ ਲਾਈਆਂ ਦੀ ਲਾਜ ਰੱਖ ਲਈ, ਮੰਜ਼ਿਲੇ ਮਕਸੂਦ ਤੇ ਪਹੁੰਚਾ ਦੀ। ਸਾਡੀ ਮੰਜ਼ਿਲ ਤੇਰੇ ਚਰਨ ਨੇ, ਸਾਡੀ ਮੰਜ਼ਿਲ ਤੇਰੀ ਗੋਦ ਹੈ, ਤੇਰੇ ਵਿੱਚ ਅਭੇਦ ਹੋਣਾ ਹੀ ਸਾਡੀ ਮੰਜ਼ਿਲ ਹੈ। ਮੇਰੇ ਗਰੀਬ ਨਵਾਜ ਬਸ ਗਲ ਬੱਕੜੀ ਪਾ ਕੇ ਇੱਕ ਵਾਰੀ ਪਿਆਰ ਨਾਲ ਕਹਿ ਦੇ ਕਿ ਸਿੱਖਾ ਤੂੰ ਮੇਰਾ ਹੈ। ਪ੍ਰਭ ਜੀ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਬਸ ਇਹ ਕਿਰਪਾ ਕਰ ਸਾਡੇ ਤੇ। ਤੂੰ ਕਿੱਡਾ ਕੁ ਵੱਡਾ ਹੈ, ਅਸੀਂ ਇਹਦੇ ਬਾਰੇ ਕੁਛ ਦੱਸ ਨਹੀਂ ਸਕਦੇ। ਤੂੰ ਬੇਅੰਤ ਹੈ, ਹਾਂ ਇੰਨਾ ਕੁ ਜ਼ਰੂਰ ਆ, ਤੂੰ ਸਾਡੇ ਕੋਟ ਖਤੇ ਖਿਨ ਬਖਸ਼ਣ ਹਾਰਾ, ਤੂੰ ਬਖਸ਼ ਦੇਗਾ। ਅੱਗੇ ਤੂੰ ਨਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ੀ, ਧਰਮ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਬਖਸ਼ੀ। ਪਾਪਾਂ ਵਕਾਰਾਂ ਵਾਲੇ ਪਾਸੇ ਡਾਂਗ ਲੈ ਕੇ ਆਪ ਖੜੇ ਸਤਿਗੁਰੂ, ਅਸੀਂ ਤਾਂ ਹੀ ਮੁੜ ਸਕਦੇ ਹਾਂ। ਅਸੀਂ ਐਡੇ ਮੂਰਖ ਬੰਦੇ ਹਾਂ, ਅਸੀਂ ਧੱਕੇ ਨਾਲੇ ਪਾਪਾਂ ਵਕਾਰਾਂ ਵਾਲੇ ਪਾਸੇ ਜਾਣ ਨੂੰ ਤਤਪਰ ਰਹਿੰਦੇ ਹਾਂ। ਤੂੰ ਆਪੇ ਡਾਂਗ ਲੈ ਕੇ ਖੜ ਮੇਰੇ ਦਾਤਿਆ, ਆਪੇ ਸਾਡੀ ਬਾਂਹ ਫੜ ਕੇ ਹੋੜ, ਦਇਆ ਕਰ ਬਸ, ਤੂੰ ਸਾਡਾ ਬਾਪ ਹੈ। ਚਾਰ ਜੁੱਤੀਆਂ ਮਾਰ ਲਈ, ਚਾਰ ਝਿੜਕਾਂ ਮਾਰ ਲਈ, ਪਰ ਸਤਿਗੁਰੂ ਬਖਸ਼ ਜ਼ਰੂਰ ਦੇਈਂ, ਐਨੀ ਜ਼ਰੂਰ ਕਿਰਪਾ ਕਰ ਦੇ, ਬਖਸ਼ ਜ਼ਰੂਰ ਦੇਈਂ। ਸਾਧ ਸੰਗਤ ਜੀ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਬਾਬਾ ਜੀ ਦਾ ਹੁਕਮ ਹੋਇਆ, ਕਹਿੰਦੇ ਕੱਲ੍ਹ ਨੂੰ ਕੀਰਤਨ ਹੋਣਾ, ਕੱਲ੍ਹ ਨੂੰ ਵਿਸਾਖੀ ਆ, ਖਾਲਸੇ ਦਾ ਸਾਜਣਾ ਦਿਨ। ਆਪ ਇਹਨੂੰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ। ਗੁਰੂ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਸਾਨੂੰ ਅਸਲੀ ਖਾਲਸਾ ਬਣਾਉਣ, ਜਿਹਦੇ ਬਾਰੇ ਕਿਹਾ ਖਾਲਸੇ ਮੈਂ ਹੋਂ ਕਰੋ ਨਿਵਾਸ, ਜਿਹਦੇ ਬਾਰੇ ਕਿਹਾ ਮੋਹ ਮੈਂ ਪਰਮ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ, ਸਾਨੂੰ ਉਹ ਖਾਲਸੇ ਬਣਾ ਲੈਣ। ਉਹ ਖਾਲਸਾ ਸਾਜਣ ਦੀਆਂ ਬਹੁਤ ਬਹੁਤ ਵਧਾਈਆਂ। ਕੱਲ੍ਹ ਨੂੰ ਆਪਾਂ ਸਾਂਝੀਆਂ ਕਰਾਂਗੇ ਅਤੇ ਕੱਲ੍ਹ ਨੂੰ ਉਰੇ ਆਪਾਂ ਗੁਰੂ ਘਰ ਦਾ ਕੀਰਤਨੀਆਂ ਤੋਂ ਕੀਰਤਨ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।